हेलो एवरीवन, वेलकम टू विक्टर्स नॉलेज। दिस इज शीनू शर्मा। सो ਅੱਜ ਆਪਾਂ ਇਸ ਲੈਕਚਰ ਦੇ ਅੰਦਰ ਲੀਗਲ ਰੀਜ਼ਨਿੰਗ ਦੇ ਜਿੰਨੇ ਵੀ ਇੰਪੋਰਟੈਂਟ ਐਮਸੀਕਿਊਜ਼ ਨੇ ਉਹ ਦੇਖਾਂਗੇ। ਬਾਕੀ ਤੁਹਾਨੂੰ ਆਲਰੇਡੀ ਜੋ ਇੰਪੋਰਟੈਂਟ ਸੈਕਸ਼ਨਸ ਨੇ ਐਂਡ ਅਦਰ ਮਟੀਰੀਅਲ all have been provided in the notes। ਸੋ ਅੱਜ ਆਪਾਂ ਇਸ ਲੈਕਚਰ ਦੇ ਅੰਦਰ ਐਮਸੀਕਿਊ ਦੀ ਫਾਰਮ ਦੇ ਵਿੱਚ ਤਿਆਰੀ ਕਰਾਂਗੇ। ਸੋ ਇਹਦੇ ਵਿੱਚ ਸੀਆਰਪੀਸੀ, ਆਈਪੀਸੀ, ਐਵੀਡੈਂਸ ਜਿੰਨੇ ਵੀ ਮੇਨ ਪੀਨਲ ਲਾਜ਼ ਨੇ, ਨਾਲ ਹੀ ਕੋਈ एविडेंस लॉ है जिमें एक प्रोसीजरल लॉ है, जो पेपर के पॉइंट ऑफ व्यू तो लीगल रीजनिंग के अंदर सब तो ज़्यादा इंपॉर्टेंट सब्जेक्ट्स ने आपां वो करांगे। नाल ही कुछ आपां जिहड़े पिछले टॉपिक के अंदर अवेयरनेस के अंदर आपां ने कुछ एक्ट्स देखे सी, होर आपां ने प्रोविजनस देखिया सी, कुछ इंपॉर्टेंट आपां ने एमसीक्यू देखे सी, उन्हां दे विचों ही कुछ होर एमसीक्यूज अज आपां लीगल रीजनिंग के अंदर भी कवर करांगे। क्योंकि अवेयरनेस वाला जो टॉपिक है तो लीगल रीजनिंग वाला टॉपिक है, एक ही कंबाइंड टॉपिक है। सो थोनू उत्थे ये नहीं कि कोई अलग अलग इन्हां टॉपिक्स नू करन दी जरूरत है, इसलिए मैं नोट्स भी थोनू एक ही कंबाइंड प्रोवाइड करवाए ने, क्योंकि जिहड़े क्वेश्चंस दी फॉर्म आनी है वो लीगल बेस्ड ही आनी है, चाहे अवेयरनेस वाला टॉपिक है, एक्ट ही आने ने, चाहे लीगल रीजनिंग का टॉपिक है। सो बाकी जिवें लीगल सर्विसेज एक्ट दे विचों पिछले साल पेपर दे विच क्वेश्चन आए सी, एडवोकेट एक्ट चो आए सी, कुछ होर इंपॉर्टेंट प्रोविजन सी। सो वो अज आपां सारे इंपॉर्टेंट क्वेश्चंस कवर करांगे। बाकी तुहानू अराउंड 250 मैं एमसीक्यूज ऑलरेडी नोट्स विच भी प्रोवाइड करवाए हुए ने, सो तुसीं उन्हां नू भी रिवाइज करना है, वो भी बहुत इंपॉर्टेंट ने। एंड ऑल्सो दिस टूडेज लेक्चर। पहला क्वेश्चन है, आउट ऑफ द फॉलोइंग फोरम which is not consumer dispute redressal forum under consumer protection act। ਜਿਹੜਾ 1986 ਦਾ ਸੀਪੀਏ ਐਕਟ ਹੈ, ਜਿਹਦੇ ਅੰਦਰ ਕਿਸੇ ਵੀ ਕੰਜ਼ਿਊਮਰ ਨੂੰ ਕੋਈ ਦਿੱਕਤ ਆਉਂਦੀ ਹੈ, ਚਾਹੇ ਕੋਈ ਈ ਕਮਰਸ ਨਾਲ ਰਿਲੇਟਡ ਹੈ ਜਾਂ ਕੋਈ ਵੈਸੇ ਪ੍ਰੋਬਲਮ ਹੈ, ਤਾਂ ਉਹ ਜਾ ਕੇ ਕੰਜ਼ਿਊਮਰ ਆਪਣੀ ਇੱਕ ਕੰਪਲੇਂਟ ਦਾਖਲ ਕਰਵਾ ਸਕਦਾ ਹੈ ਕੰਜ਼ਿਊਮਰ ਡਿਸਪਿਊਟ ਫੋਰਮ ਕੋਲ ਜਾ ਕੇ। ਸੋ ਜਿਹੜਾ ਕੰਜ਼ਿਊਮਰ ਡਿਸਪਿਊਟ ਰਿਡਰੈਸਲ ਫੋਰਮ ਹੈ, ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਇਹ ਜਿਹਾ ਫੋਰਮ ਜਾਂ ਫਿਰ ਕਮਿਸ਼ਨ ਹੈ ਜਿਹੜਾ ਇਸ ਰਿਡਰੈਸਲ ਫੋਰਮ ਦਾ ਹਿੱਸਾ ਨਹੀਂ ਹੈ, ਜਿਹਦੇ ਕੋਲ ਆਪਾਂ ਸੀਪੀਏ ਦੇ ਅੰਦਰ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਤਹਿਤ ਆਪਾਂ ਕੰਪਲੇਂਟ ਨਹੀਂ ਲੈ ਕੇ ਜਾ ਸਕਦੇ। ਸੋ ਉਹ ਹੈ ਇਹਨਾਂ ਦੇ ਵਿੱਚੋਂ ਆਪਸ਼ਨ ਬੀ, ਆਨਰੇਬਲ ਹਾਈ ਕੋਰਟ। ਬਾਕੀ ਡਿਸਟ੍ਰਿਕਟ ਫੋਰਮ ਵੀ ਇਹਦੇ ਅੰਦਰ ਆਉਂਦੀ ਹੈ, ਸਟੇਟ ਕੰਜ਼ਿਊਮਰ ਡਿਸਪਿਊਟ ਅਲੱਗ ਤੋਂ ਰਿਡਰੈਸਲ ਸੈੱਲ ਬਣਾਏ ਹੋਏ ਨੇ, ਨੈਸ਼ਨਲ ਕੰਜ਼ਿਊਮਰ ਡਿਸਪਿਊਟ ਰਿਡਰੈਸਲ ਕਮਿਸ਼ਨ ਬਣਾਇਆ ਹੋਇਆ ਹੈ, ਜਿੱਥੇ ਤੁਸੀਂ ਅਪੀਲ ਵਗੈਰਾ ਵੀ ਲੈ ਕੇ ਜਾ ਸਕਦੇ ਹੋ। ਸੋ ਇਹ ਤਿੰਨੋਂ ਆਉਂਦੇ ਨੇ, ਸਿਰਫ डायरेक्ट ऑनरेबल हाई कोर्ट नहीं आती। अगला क्वेश्चन है, केड़ा सैक्शन है जिहदे अंदर गल कीती गई है लोक अदालत नूं तैयार करन दी, ऑर्गेनाइजेशन ऑफ लोक अदालत अंडर लीगल सर्विसेज अथॉरिटी एक्ट 1987। सो ये है इस एक्ट का सैक्शन 19, ऑप्शन ए। सो जो इस एक्ट के सिर्फ इंपॉर्टेंट वाले सैक्शंस ने, तुहानूं सिर्फ ओही करन दी जरूरत है, ते उन्हां नूं अज मैं एमसीक्यूज दे विच ऐड करता। ਕਿਹੜਾ ਆਰਟੀਕਲ ਹੈ ਸੰਵਿਧਾਨ ਦਾ ਜਿਹੜਾ ਗੱਲ ਕਰਦਾ ਕਿ ਲੋਕਾਂ ਦੇ ਜਿਹੜੇ ਡਿਸਪਿਊਟ ਨੇ, ਕੋਈ ਇਸ਼ੂ ਹੈ, ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਲੋਕ ਅਦਾਲਤ ਦੇ ਥਰੂ। ਤੇ ਜੇ ਕਿਸੇ ਕੋਲ ਕੋਈ ਗਰੀਬ ਹੈ, ਇੰਨੀ ਸ਼ਮਤਾ ਨਹੀਂ ਕਿ ਉਹ ਕੋਈ ਲਾਇਰ ਹਾਇਰ ਕਰ ਸਕੇ, ਤਾਂ ਉਹਨੂੰ ਆਪਾਂ ਨੂੰ ਫ੍ਰੀ ਲੀਗਲ ਏਡ ਵੀ ਪ੍ਰੋਵਾਈਡ ਕਰਵਾਉਣੀ ਹੈ। ਤੇ ਜਿਹੜਾ ਲੀਗਲ ਸਰਵਿਸਿਜ਼ ਐਕਟ ਹੈ, ਲੋਕ ਅਦਾਲਤ ਨੇ, ਇਹਨਾਂ ਦਾ ਮੇਨ ਮਕਸਦ ਹੀ ਇਹ ਹੈ ਕਿ ਲੋਕਾਂ ਦੀ ਟਾਈਮ ਸਿਰ ਬਿਨਾਂ ਜ਼ਿਆਦਾ ਕੋਈ ਖੇਚਲ ਤੋਂ, ਬਿਨਾਂ ਜ਼ਿਆਦਾ ਕੰਪਲਿਕੇਟਡ ਪ੍ਰੋਸੀਜਰ ਫੋਲੋ ਕੀਤੇ, ਮੇਨਲੀ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਜਿਹੜੀ ਸੁਣਵਾਈ ਹੈ ਉਹ ਛੇਤੀ ਤੋਂ ਛੇਤੀ ਹੋਵੇ, ਫੇਅਰ ਤਰੀਕੇ ਨਾਲ ਹੋਵੇ, ਸਪੀਡੀ ਡਿਸਪੋਜ਼ਲ ਹੋਵੇ। ਉਹੀ ਮੇਨ ਮਕਸਦ ਆ ਇਹਨਾਂ ਲੋਕ ਅਦਾਲਤ ਨੂੰ ਤਿਆਰ ਕਰਨ ਦਾ। ਸੋ ਸੰਵਿਧਾਨ ਦਾ ਕਿਹੜਾ ਆਰਟੀਕਲ ਹੈ ਜਿਹੜਾ ਇਸ ਚੀਜ਼ ਦੀ ਗੱਲ ਕਰਦਾ ਹੈ? ਸੋ ਉਹ ਹੈ ਆਰਟੀਕਲ 39A, ਆਪਸ਼ਨ ਸੀ, ਐਂਡ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਫॉर एग्जाम। ਅੱਗੇ ਹੈ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਜਿਹਨੂੰ ਆਪਾਂ ਨਾਲਸਾ ਵੀ ਕਹਿ ਦਿੰਦੇ ਹਾਂ ਸ਼ਾਰਟ ਫਾਰਮ ਦੇ ਵਿੱਚ। ਇਹਦੇ ਨਾਲ ਰਿਲੇਟਡ ਦੋ ਸਟੇਟਮੈਂਟ ਨੇ, ਆਪਾਂ ਨੇ ਦੱਸਣਾ ਹੈ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕਹਿੰਦੀ ਹੈ ਕਿ ਇਹਨੂੰ ਹੈਡ ਕਰਦੇ ਨੇ ਜਿਹੜੇ ਰਿਟਾਇਰਡ ਚੀਫ ਜਸਟਿਸ ਆਫ ਇੰਡੀਆ ਹੁੰਦੇ ਨੇ। ਦੂਜੀ ਸਟੇਟਮੈਂਟ, ਇੱਕ ਸਟੈਚੂਟਰੀ ਬਾਡੀ ਹੈ। ਸਟੈਚੂਟਰੀ ਬਾਡੀ ਉਹ ਬਾਡੀ ਹੁੰਦੀ ਹੈ ਜਿਹੜੀ ਕਿਸੇ ਐਕਟ ਲਾਅ ਦੇ ਅੰਤਰਗਤ ਤਿਆਰ ਹੁੰਦੀ ਹੈ। ਸੋ ਸੈਕਿੰਡ ਆਪਸ਼ਨ ਬਿਲਕੁਲ ਸਹੀ ਹੈ, ਆਪਸ਼ਨ ਬੀ ਹੀ ਇਹਦਾ ਰਾਈਟ ਆਨਸਰ ਹੈ। ਜਿਹੜੇ ਨਾਲਸਾ ਹੈ, ਇਹ ਲੀਗਲ ਸਰਵਿਸਿਜ਼ ਅਥਾਰਟੀਜ਼ ਐਕਟ 1987 ਦੇ ਤਹਿਤ ਤਿਆਰ ਕੀਤੀ ਗਈ ਹੈ, ਇਸਟੈਬਲਿਸ਼ ਕੀਤੀ ਗਈ ਹੈ। ਸੋ ਪਹਿਲੀ ਸਟੇਟਮੈਂਟ ਉਰੇ ਗਲਤ ਹੈ। ਇਹ ਤਾਂ ਗਲਤ ਹੈ ਕਿਉਂਕਿ ਨਾਲਸਾ ਨੂੰ ਕੋਈ ਰਿਟਾਇਰਡ ਸੀਜੀਆਈ ਹੈਡ ਨਹੀਂ ਕਰਦੇ, ਜੋ ਕਰੰਟ ਮੌਜੂਦਾ ਦੇਸ਼ ਦੇ ਚੀਫ ਜਸਟਿਸ ਹੁੰਦੇ ਨੇ, ਉਹੀ ਨਾਲਸਾ ਨੂੰ ਹੈਡ ਕਰਦੇ ਨੇ। ਸੋ ਆਪਸ਼ਨ ਬੀ ਓਨਲੀ 2। ਨੈਕਸਟ ਅਗੇਨ ਨਾਲਸਾ ਨੂੰ ਲੈ ਕੇ ਦੋ ਸਟੇਟਮੈਂਟਸ ਨੇ, ਐਂਡ ਵੀ ਹੈਵ ਟੂ ਟੈਲ ਕਿ ਕਿਹੜੀ ਸਟੇਟਮੈਂਟ ਸਹੀ ਹੈ।
ਸੋ ਇਹਦੇ ਵਿੱਚੋਂ ਸਿਰਫ ਦੂਜੀ ਸਟੇਟਮੈਂਟ ਸਹੀ ਹੈ, ਜਿਹਦੀ ਆਲਰੇਡੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਪਿਛਲੇ ਕੁਐਸਚਨ ਵਿੱਚ ਦੇ ਚੁੱਕੀ ਹਾਂ, that it is headed by Chief Justice of India. ਸੋ ਆਪਸ਼ਨ ਬੀ ਪਹਿਲੀ ਸਟੇਟਮੈਂਟ ਗਲਤ ਹੈ। ਇਹਦੇ ਵਿੱਚ ਕਿਹਾ ਜਾ ਰਿਹਾ ਹੈ ਮਿਨੀਮਮ ਅਮਾਉਂਟ ਲੈ ਕੇ ਲੀਗਲ ਸਰਵਿਸਿਜ਼ ਐਲੀਜੀਬਲ ਕੈਂਡੀਡੇਟਸ ਨੂੰ ਪ੍ਰੋਵਾਈਡ ਕਰਵਾਈਆਂ ਜਾਂਦੀਆਂ। ਸੋ ਇਸ ਟਾਈਪ ਦਾ ਕੋਈ ਵੀ ਪਰਪਸ ਨਹੀਂ ਹੈ। ਹੁਣ ਇਹਦੇ ਪਰਪਸ ਕੀ ਨੇ, ਜਿਹੜਾ ਲੀਗਲ ਸਰਵਿਸਿਜ਼ ਅਥਾਰਟੀ ਹੈ ਉਸ ਐਕਟ ਨੂੰ ਕਿਉਂ ਲਿਆਂਦਾ ਗਿਆ, ਉਹਦੇ ਅੰਤਰਗਤ ਜਿਹੜੀ ਲੋਕ ਅਦਾਲਤ ਹੈ ਜਾਂ ਅਲੱਗ-ਅਲੱਗ ਅਥਾਰਟੀਜ਼ ਨੇ ਸਟੇਟ ਲੈਵਲ ਦੀਆਂ, ਡਿਸਟ੍ਰਿਕਟ ਲੈਵਲ ਦੀਆਂ, ਇਹਨਾਂ ਨੂੰ ਕਿਉਂ ਤਿਆਰ ਕੀਤਾ ਗਿਆ ਹੈ। ਸੋ ਉਹਦੇ ਮੇਨ 3 ਹੀ ਪਰਪਸ ਨੇ। ਟੂ ਪ੍ਰੋਵਾਈਡ ਫ੍ਰੀ ਲੀਗਲ ਸਰਵਿਸਿਜ਼, ਜਿਹਦੀ ਗੱਲ ਆਰਟੀਕਲ 39A ਦੇ ਅੰਦਰ ਹੁੰਦੀ ਹੈ। ਲੋਕ ਅਦਾਲਤ ਨੂੰ ਆਰਗੇਨਾਈਜ਼ ਕਰਵਾਉਣਾ, ਜੋ ਆਲਰੇਡੀ ਮੈਂ ਤੁਹਾਨੂੰ ਗੱਲ ਦੱਸ ਚੁੱਕੀ ਹਾਂ। ਸਪੀਡੀ ਡਿਸਪੋਜ਼ਲ ਆਫ ਕੇਸਿਸ, ਜੁਡੀਸ਼ਰੀ ਦਾ ਬਰਡਨ ਘਟਾਉਣ ਦੇ ਲਈ ਅਲੱਗ ਤੋਂ ਇੱਕ ਡਿਪਾਰਟਮੈਂਟ ਇਹਨਾਂ ਨੇ ਕਰ ਲਿਆ, ਸੋ ਦੈਟ ਜੇ ਕਿਸੇ ਦੀ ਕੋਈ ਬੇਸਿਕ ਲੈਵਲ ਦੀ ਕੋਈ ਪੈਟੀ ਆਫੈਂਸ ਨੇ, ਕੋਈ ਛੋਟੇ ਆਫੈਂਸ ਨੇ, ਤਾਂ ਤੁਸੀਂ ਸਿੱਧਾ ਜਾ ਕੇ ਉਹਨਾਂ ਦੀ ਸੁਣਵਾਈ ਲੋਕ ਅਦਾਲਤ ਵਿੱਚ ਕਰਵਾ ਸਕਦੇ ਹੋ, ਤੇ ਉੱਥੇ ਫਿਰ ਪਾਰਟੀਆਂ ਦਾ ਖਰਚਾ ਵੀ ਬਹੁਤ ਘੱਟ ਹੁੰਦਾ ਹੈ। ਸੋ ਆਪਾਂ ਇੱਕ ਵਾਰੀ ਪੂਰਾ ਇਹਨੂੰ ਦੇਖ ਲੈਂਦੇ ਹਾਂ ਨਾਲਸਾ ਬਾਰੇ। ਨਾਲਸਾ ਬਣਿਆ ਸੀ 5 ਦਸੰਬਰ 1995 ਨੂੰ ਅੰਡਰ ਦ ਅਥਾਰਟੀ ਆਫ ਲੀਗਲ ਸਰਵਿਸਿਜ਼ ਅਥਾਰਟੀ ਐਕਟ 1987। ਪਰਪਸ ਆਪਾਂ ਆਲਰੇਡੀ ਦੇਖ। ਔਨ ਦ ਸੇਮ ਲਾਈਨ ਆਫ ਨਾਲਸਾ ਸਟੇਟ ਲੀਗਲ ਸਰਵਿਸ ਅਥਾਰਟੀ ਵੀ ਹੈ, ਜਿਹਦੇ ਹੈਡ ਹੁੰਦੇ ਨੇ ਚੀਫ ਜਸਟਿਸ ਆਫ ਹਾਈ ਕੋਰਟ, ਜੋ ਵੀ ਸਟੇਟ ਦੇ ਹੁੰਦੇ ਨੇ। ਡਿਸਟ੍ਰਿਕਟ ਲੈਵਲ ਲੀਗਲ ਸਰਵਿਸਿਜ਼ ਅਥਾਰਟੀ ਵੀ ਹੈ, ਜਿਹਨੂੰ ਹੈਡ ਕਰਦੇ ਆ ਡਿਸਟ੍ਰਿਕਟ ਕੋਰਟ ਦੇ ਜਿਹੜੇ ਚੀਫ ਜੱਜਿਸ ਹੁੰਦੇ ਨੇ। ਨੈਕਸਟ ਹੈ ਐਡਵੋਕੇਟ ਐਕਟ ਰਿਲੇਟਡ। ਪਿਛਲੇ ਸਾਲ ਪੇਪਰ 'ਚ ਐਡਵੋਕੇਟ ਐਕਟ ਤੋਂ ਵੀ ਡਾਇਰੈਕਟਲੀ ਕੁਐਸਚਨ ਆਏ ਸੀ। ਸੋ ਕਿਹੜਾ ਸੈਕਸ਼ਨ ਹੈ ਐਡਵੋਕੇਟ ਐਕਟ 1961 ਦਾ, ਜਿਹੜਾ ਗੱਲ ਕਰਦਾ ਪਾਵਰ ਟੂ ਬਾਰ ਕਾਉਂਸਲ ਆਫ ਇੰਡੀਆ ਟੂ ਮੇਕ ਰੂਲ। ਸੋ ਬਾਰ ਕਾਉਂਸਲ ਆਫ ਇੰਡੀਆ ਨੂੰ ਰੂਲਸ ਤਿਆਰ ਕਰਨ ਦੇ ਲਈ ਪੂਰੇ ਭਾਰਤ ਦੇ ਲਈ, ਚਾਹੇ ਐਡਵੋਕੇਟਸ ਦੇ ਲਈ ਨੇ ਚਾਹੇ ਸਟੂਡੈਂਟਸ ਦੇ ਲਈ ਨੇ, ਪਾਵਰ ਦਿੱਤੀ ਹੋਈ ਹੈ। ਸੋ ਇਹ ਪਾਵਰ ਹੈ ਸੈਕਸ਼ਨ 28 ਦੇ ਅੰਦਰ, ਆਪਸ਼ਨ ਬੀ। ਨੈਕਸਟ ਹੈ ਲੀਗਲ ਏਡ ਕਮੇਟੀ ਦਾ ਕਿਹੜਾ ਸੈਕਸ਼ਨ ਹੈ, ਵੈਰੀ ਇੰਪੋਰਟੈਂਟ। ਸੋ ਲੀਗਲ ਏਡ ਕਮੇਟੀ ਤਿਆਰ ਕੀਤੀ ਜਾਂਦੀ ਹੈ ਸੈਕਸ਼ਨ 9A ਦੇ ਅੰਦਰ। ਅਗਲਾ ਹੈ ਸੀਨੀਅਰ ਤੇ ਹੋਰ ਐਡਵੋਕੇਟਸ ਨਾਲ ਰਿਲੇਟਡ ਕਿਹੜਾ ਸੈਕਸ਼ਨ ਹੈ, ਸੋ ਉਹ ਹੈ ਸੈਕਸ਼ਨ 16। ਸੈਕਸ਼ਨ 25 ਹੈ ਜਿਹੜਾ ਐਡਵੋਕੇਟਸ ਐਕਟ ਦਾ, ਉਹ ਡੀਲ ਕਰਦਾ ਅਥਾਰਟੀ ਟੂ whom applications for enrollment may be made। ਹੁਣ ਮੰਨ ਲਓ ਕਿਸੇ ਨੇ ਲਾਅ ਦੀ ਡਿਗਰੀ ਪੂਰੀ ਕਰ ਲਈ, ਕੋਈ LLB ਕੀਤੀ ਹੈ, ਉਸ ਤੋਂ ਬਾਅਦ ਆਪਣੇ ਆਪ ਨੂੰ ਪ੍ਰੈਕਟਿਸ ਕਰਨ ਦੇ ਲਈ ਪਹਿਲਾਂ ਰਿਸਪੈਕਟਿਵ ਸਟੇਟ ਬਾਰ ਕਾਉਂਸਲ ਦੇ ਵਿੱਚ ਐਨਰੋਲ ਕਰਵਾਉਣਾ ਪੈਂਦਾ। ਸੋ ਐਨਰੋਲਮੈਂਟ ਨੂੰ ਲੈ ਕੇ ਐਪਲੀਕੇਸ਼ਨ ਕਿਹਨੂੰ ਲਿਖਣੀ ਹੈ, ਸੋ ਉਹ ਹੈ ਸੈਕਸ਼ਨ 25 ਦੇ ਅੰਦਰ। ਸੋ ਆਪਸ਼ਨ B is the right answer. Punishment of advocates for misconduct is provided in section dash of the Advocates Act 1961। ਸੋ ਪਨਿਸ਼ਮੈਂਟ ਹੈ ਐਡਵੋਕੇਟਸ ਦੀ ਜੇ ਕੋਈ ਵੀ ਮਿਸਕੰਡਕਟ ਕਰਦਾ, ਸੈਕਸ਼ਨ 35 ਦੇ ਅੰਦਰ, ਆਪਸ਼ਨ ਸੀ। ਸੋ ਐਡਵੋਕੇਟ ਜੇ ਕੋਈ ਮਿਸਕੰਡਕਟ ਕਰਦਾ, ਉਹਦੀ ਪਨਿਸ਼ਮੈਂਟ ਕਿਵੇਂ ਹੋਣੀ ਹੈ, ਉਹਦੇ ਲਈ ਅਲੱਗ-ਅਲੱਗ ਕਮੇਟੀਆਂ ਬਣਾਈਆਂ ਜਾਂਦੀਆਂ ਨੇ, ਤੇ ਇੱਕ ਇੰਪੋਰਟੈਂਟ ਕਮੇਟੀ ਹੈ ਡਿਸਪਲਿਨਰੀ ਕਮੇਟੀ। ਸੈਕਸ਼ਨ 42 ਹੈ ਜਿਹੜਾ ਐਡਵੋਕੇਟ ਐਕਟ ਦਾ, ਉਹ ਕਿਸ ਚੀਜ਼ ਨਾਲ ਡੀਲ ਕਰਦਾ, ਸੋ ਜੋ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਸੈਕਸ਼ਨ 42 ਗੱਲ ਕਰਦਾ ਜੋ ਡਿਸਪਲਿਨਰੀ ਕਮੇਟੀ ਹੈ ਉਹਦੀ ਪਾਵਰ ਕੀ ਹੋਊਗੀ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਕਿਹੜਾ ਸੈਕਸ਼ਨ ਹੈ ਐਡਵੋਕੇਟ ਐਕਟ ਦਾ ਜਿਹੜਾ ਡੀਲ ਕਰਦਾ ਹੈ ਬਾਰ ਕਾਉਂਸਲ ਦੇ ਨਾਲ ਟੂ ਬੀ ਅ ਬਾਡੀ ਕਾਰਪੋਰੇਟ, ਸੋ ਉਹ ਹੈ ਸੈਕਸ਼ਨ 5। ਸੈਕਸ਼ਨ 12 ਗੱਲ ਕਰਦਾ ਅਕਾਊਂਟਸ ਤੇ ਆਡਿਟ ਦੀ, ਆਪਸ਼ਨ A। Which section of Advocate Act deal with general power of Bar Council of India to make rule? So general power ਹੈ ਜਿਹੜੀ ਬਾਰ ਕਾਉਂਸਲ ਦੀ, ਉਹ ਹੈ ਸੈਕਸ਼ਨ 49 ਦੇ ਅੰਦਰ। ਇਨਫੈਂਸੀ ਜਦੋਂ ਆਪਾਂ ਰੈਫਰ ਕਰਦੇ ਹਾਂ IPC ਨਾਲ ਰਿਲੇਟਡ, ਇੰਡੀਅਨ ਪੀਨਲ ਕੋਡ ਦੇ ਨਾਲ ਰਿਲੇਟਡ, ਤਾਂ ਉੱਥੇ ਇਹਨੂੰ ਇੱਕ ਐਕਸੈਪਸ਼ਨ ਮੰਨਿਆ ਜਾਂਦਾ। ਇਨਫੈਂਸੀ ਦਾ ਮਤਲਬ ਹੈ ਜੋ ਇਨਫੈਂਟ ਹੈ, ਜੋ ਬੱਚਾ ਹੈ, ਨਾ ਸਮਝ ਹੈ, ਜਿਹਦੀ ਉਮਰ 7 ਸਾਲ ਤੱਕ ਦੀ ਹੈ, ਕਿ ਜੋ ਕਿਸੇ ਦਾ ਮਰਡਰ ਕਰਦੇ ਜਾਂ ਕੋਈ ਵੀ ਹੋਰ ਅਪਰਾਧ ਕਰਦੇ ਉਹਨੂੰ ਸਜ਼ਾ ਮਿਲੂਗੀ। ਲਾਅ ਕਹਿੰਦਾ, IPC ਕਹਿੰਦਾ, ਭਾਰਤ ਦਾ ਜਿਹੜਾ ਇੰਡੀਅਨ ਪੀਨਲ ਕੋਡ ਹੈ ਉਹ ਕਹਿੰਦਾ ਕਿ ਜੋ ਇਨਫੈਂਟ ਹੈ ਉਹਨੂੰ ਸਜ਼ਾ ਨਹੀਂ ਮਿਲੂਗੀ, ਸੋ ਉਹ ਐਕਸੈਪਟਡ ਹੈ। ਸੋ ਇਹ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ। ਸੋ ਇਨਫੈਂਸੀ ਇੱਕ ਐਕਸੈਪਸ਼ਨ ਹੈ, ਹੈਜ਼ ਬੀਨ ਪ੍ਰੋਵਾਈਡਡ ਅੰਦਰ, ਤੇ ਇਹਦੀ ਗੱਲ ਹੁੰਦੀ ਹੈ ਸੈਕਸ਼ਨ 82 ਦੇ ਅੰਦਰ, ਆਪਸ਼ਨ ਸੀ। ਸੈਕਸ਼ਨ 82 ਹੈ ਜਿਹੜਾ IPC ਦਾ, ਉਹ ਕਹਿੰਦਾ ਕਿ ਕੋਈ ਵੀ ਚੀਜ਼ ਅਪਰਾਧ ਨਹੀਂ ਮੰਨੀ ਜਾਊਗੀ ਜੇ ਉਹ ਕੋਈ ਬੱਚਾ ਕਰ ਰਿਹਾ ਹੈ ਅੰਡਰ, ਕਿੰਨੀ ਉਮਰ ਤੋਂ ਨੀਚੇ ਦਾ ਬੱਚਾ। ਸੋ ਇਹ ਜਿਹੜਾ ਇਨਫੈਂਸੀ ਹੈ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਇਹ ਮੰਨੀ ਜਾਂਦੀ ਹੈ 7 ਸਾਲ ਤੋਂ ਨੀਚੇ ਦਾ ਜੇ ਕੋਈ ਬੱਚਾ ਕੋਈ ਅਪਰਾਧ ਕਰਦਾ। ਅ ਹੈਂਗਮੈਨ
जो फांसी दिंदा है, जिन्हों आपां जलाद भी कह दिंदे आम भाषा च, who hangs the prisoner pursuant to order of court, court ਦਾ order ਆਉਣ ਤੋਂ ਬਾਅਦ hangman prisoners ਨੂੰ फांसी दिंदा है, पर ਇਹਨੂੰ ਕੋਈ criminal liability नहीं लगती। क्यों? ਕਿਹੜਾ section ਇਹਦੀ ਗੱਲ ਕਰਦਾ? ਇੱਕ ਤਾਂ ਕੋਰਟ ਵੱਲੋਂ ਇਹਨੂੰ ਪਾਵਰ ਹੈ, ਜਿਹੜੀ ਇਹਦੀ ਪੋਜੀਸ਼ਨ ਹੈ, ਜੋ ਇਹਦੀ ਜੌਬ ਹੈ, ਉਹ ਕੰਮ ਹੀ ਇਹ ਹੈ ਕੋਰਟ ਦੇ ਅਨੁਸਾਰ ਕਿ ਕਿਸੇ ਨੂੰ ਕੋਰਟ ਦੇ ਆਰਡਰ ਆਉਣ ਤੋਂ ਬਾਅਦ ਹੈਂਗ ਕਰਨਾ, ਫਾਂਸੀ ਦੇਣੀ। ਸੋ ਇਹਨੂੰ ਜਿਹੜੀ ਐਕਸੈਪਸ਼ਨ ਹੈ ਕਿ ਇਹਦੇ ਉੱਤੇ ਕੋਈ ਕ੍ਰਿਮੀਨਲ ਲਾਇਬਿਲਿਟੀ ਨਹੀਂ ਲੱਗੂ, ਕਿਉਂਕਿ ਮਾਰ ਤਾਂ ਇਹ ਵੀ ਕਿਸੇ ਨੂੰ ਰਿਹਾ, ਪਰ ਹੈਂਗਮੈਨ ਨੂੰ, ਜਲਾਦ ਨੂੰ ਕੋਈ ਸਜ਼ਾ ਨਹੀਂ ਹੁੰਦੀ ਕਿਸੇ ਨੂੰ ਮਾਰਨ ਦੀ। ਕਿਉਂ? ਕਿਉਂਕਿ ਨੰਬਰ 1 ਤੇ ਕੋਰਟ ਦੇ ਆਰਡਰ ਹੁੰਦੇ ਨੇ, ਨੰਬਰ 2 ਤੇ ਸੈਕਸ਼ਨ 78 ਹੈ ਜਿਹੜਾ ਇੰਡੀਅਨ ਪੀਨਲ ਕੋਡ ਦਾ, ਉਹ ਐਕਸੈਪਸ਼ਨ ਦੇ ਰਿਹਾ ਕਿ ਹੈਂਗਮੈਨ ਨੂੰ ਕੋਈ ਕ੍ਰਿਮੀਨਲ ਲਾਇਬਿਲਿਟੀ ਨਹੀਂ ਲੱਗੂਗੀ, ਚਾਹੇ ਉਹ ਕਿਸੇ ਦੀ ਜਾਨ ਲੈ ਰਿਹਾ। ਰਾਈਟ ਆਫ ਪ੍ਰਾਈਵੇਟ ਡਿਫੈਂਸ। ਹੁਣ ਕੋਈ ਤੁਹਾਨੂੰ ਸਾਹਮਣੇ ਚਾਕੂ ਨਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੁਸੀਂ ਆਪਣੇ ਬਚਾਵ ਦੇ ਵਿੱਚ ਜੇ ਇਹ ਦੇਖ ਰਹੇ ਹੋ ਕਿ ਸਾਹਮਣੇ ਵਾਲਾ ਤੁਹਾਨੂੰ ਜਸਟ ਮਾਰਨ ਲੱਗਿਆ ਹੈ, ਉਹਦੇ ਚੱਕ ਕੇ ਕੋਈ ਇੱਟ ਮਾਰ ਦਿੰਦੇ ਹੋ ਜਾਂ ਉਹਦੇ ਵਾਪਿਸ ਤੋਂ ਚਾਕੂ ਜਾਂ ਕੋਈ ਹੋਰ ਚੀਜ਼ ਜੇ ਤੁਹਾਡੇ ਕੋਲ ਹੈ, ਇਕੁਅਲ ਇਨਫਲਿਕਸ਼ਨ ਦੀ, ਇਕੁਅਲ ਅਮਾਉਂਟ ਦੀ ਵੀ ਜੇ ਤੁਸੀਂ ਪਾਵਰ ਯੂਜ਼ ਕਰ ਰਹੇ ਹੋ, ਜਿੰਨੀ ਤੁਹਾਨੂੰ ਡਰ ਲੱਗ ਰਿਹਾ ਹੈ, ਜਿੰਨਾ ਤੁਹਾਨੂੰ ਸਾਹਮਣੇ ਲੱਗ ਰਿਹਾ ਹੈ ਕਿ ਉਹ ਇਨਸਾਨ ਸਾਡੇ ਉੱਤੇ ਹਾਵੀ ਹੋਣ ਵਾਲਾ ਹੈ, ਸੋ ਜੇ ਤੁਸੀਂ ਬਦਲੇ ਵਿੱਚ ਆਪਣੀ ਰੱਖਿਆ ਦੇ ਲਈ, ਸੈਲਫ ਡਿਫੈਂਸ ਦੇ ਲਈ, ਪ੍ਰਾਈਵੇਟ ਡਿਫੈਂਸ ਦੇ ਲਈ, ਆਪਣੇ ਆਪ ਨੂੰ ਬਚਾਉਣ ਦੇ ਲਈ ਵਾਪਿਸ ਮੁੜ ਕੇ ਕੋਈ ਵੀ ਆਪਣੀ ਪਾਵਰ ਯੂਜ਼ ਕਰਦੇ ਹੋ, ਚਾਹੇ ਉਸ ਇਨਸਾਨ ਨੂੰ ਤੁਸੀਂ ਪ੍ਰਾਈਵੇਟ ਡਿਫੈਂਸ ਦੇ ਵਿੱਚ ਮਾਰ ਦਿੰਦੇ ਹੋ, ਤਾਂ ਤੁਹਾਨੂੰ ਸਜ਼ਾ ਨਹੀਂ ਹੋਊਗੀ, ਪ੍ਰੋਵਾਈਡਡ ਤੁਹਾਨੂੰ ਕੋਰਟ ਵਿੱਚ ਇਹ ਪ੍ਰੂਵ ਕਰਨਾ ਪਊਗਾ, ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਜੋ ਤੁਸੀਂ ਪਾਵਰ ਯੂਜ਼ ਕਰ ਰਹੇ ਹੋ ਉਹ ਬਰਾਬਰ ਦੀ ਹੋਵੇ। ਹੁਣ ਇਹ ਨਹੀਂ ਕਿ ਸਾਹਮਣੇ ਤੁਹਾਨੂੰ ਕੋਈ ਇੱਕ ਕਿਤਾਬ ਨਾਲ ਮਾਰਨ ਲੱਗਿਆ ਤੇ ਤੁਸੀਂ ਸਾਹਮਣੇ ਚੱਕ ਕੇ ਉਹਦੇ ਚਾਕੂ ਮਾਰ ਦੋ, ਸੋ ਇਹ ਪ੍ਰਾਈਵੇਟ ਡਿਫੈਂਸ ਨਹੀਂ ਹੈ। ਪ੍ਰਾਈਵੇਟ ਡਿਫੈਂਸ ਦਾ ਮਤਲਬ ਹੈ ਤੁਹਾਨੂੰ ਪਤਾ ਚੱਲ ਰਿਹਾ ਹੈ ਕਿ ਕੋਈ ਤੁਹਾਨੂੰ ਜਾਨ ਨੂੰ ਕਿੰਨੀ ਕੁ ਰਿਸਕ ਦੇਣ ਜਾ ਰਿਹਾ ਹੈ, ਸੋ ਜਿੰਨਾ ਤੁਹਾਨੂੰ ਸਾਹਮਣੇ ਡਰ ਲੱਗ ਰਿਹਾ ਉਨੀ ਹੀ ਅਮਾਉਂਟ ਦਾ ਜੇ ਤੁਸੀਂ ਆਪਣੇ ਬਚਾਵ ਦੇ ਵਿੱਚ ਕੋਈ ਪਾਵਰ ਯੂਜ਼ ਕਰ ਰਹੇ ਹੋ, ਚਾਹੇ ਅਗਲੇ ਨੂੰ ਮਾਰ ਰਹੇ ਹੋ, ਤਾਂ ਉਹਨੂੰ ਆਪਾਂ ਕਹਿੰਦੇ ਆ ਰਾਈਟ ਟੂ ਪ੍ਰਾਈਵੇਟ ਡਿਫੈਂਸ ਹੈ, ਤੇ ਇਹ ਹਰ ਭਾਰਤ ਦੇ ਨਾਗਰਿਕ ਨੂੰ ਪੂਰਾ ਅਧਿਕਾਰ ਹੈ। ਸੋ ਇਹਦੀ ਗੱਲ ਹੁੰਦੀ ਹੈ ਸੈਕਸ਼ਨ 96 ਦੇ ਅੰਦਰ ਆਈਪੀਸੀ। ਰਾਈਟ ਟੂ ਪ੍ਰਾਈਵੇਟ ਡਿਫੈਂਸ is based on natural instinct। ਸੋ ਜਦੋਂ ਤੁਹਾਨੂੰ ਕੋਈ ਮਾਰਨ ਲੱਗਦਾ, ਆਪਾਂ ਹਰ ਕੋਈ ਆਪਣਾ ਨੈਚੁਰਲ ਹੈ ਕਿ ਅੰਦਰੋਂ ਬਚਾਵ ਕਰਨ ਦੀ ਕੋਸ਼ਿਸ਼ ਕਰਦੇ ਆ, ਜਿੰਨੀ ਆਪਣੇ ਅੰਦਰ ਤਾਕਤ ਆ ਆਪਾਂ ਉਸ ਤਾਕਤ ਨੂੰ ਲਗਾ ਕੇ ਆਪਣੀ ਬਚਾਵ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਹਨੂੰ ਆਪਾਂ ਕਹਿੰਦੇ ਆ ਸੈਲਫ ਪ੍ਰੀਜ਼ਰਵੇਸ਼ਨ, ਆਪਸ਼ਨ ਏ। ਰਾਈਟ ਟੂ ਪ੍ਰਾਈਵੇਟ ਡਿਫੈਂਸ ਕੀ ਹੈ? ਰਾਈਟ ਟੂ ਪ੍ਰਾਈਵੇਟ ਡਿਫੈਂਸ ਇਹ ਨਹੀਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੋਈ ਤੁਹਾਨੂੰ ਕਾਪੀ ਨਾਲ ਮਾਰਨ ਲੱਗਿਆ ਤੇ ਤੁਸੀਂ ਉਹਦੇ ਅੱਗੇ ਜਾ ਕੇ ਚਾਕੂ ਮਾਰ ਦਿਓ। ਕੁਝ ਰਿਸਟ੍ਰਿਕਸ਼ਨਸ ਨੇ ਜਿਹਦੇ ਅੰਤਰਗਤ ਹੀ ਤੁਸੀਂ ਪ੍ਰਾਈਵੇਟ ਡਿਫੈਂਸ ਦਾ ਰਾਈਟ ਵਰਤ ਸਕਦੇ ਹੋ, ਕੁਝ ਪ੍ਰੋਪਰ ਸਿਚੁਏਸ਼ਨਸ ਨੇ, ਕੰਡੀਸ਼ਨਸ ਨੇ। ਸੋ ਸਬਜੈਕਟ ਟੂ ਰਿਸਟ੍ਰਿਕਸ਼ਨ ਇਨ ਸੈਕਸ਼ਨ 99 ਆਫ ਆਈਪੀਸੀ। डिसऑनेस्ट मिसअप्रोप्रिएशन ऑफ प्रॉपर्टी, तुसी किसी दी प्रॉपर्टी दा गलत इस्तेमाल कर रहे हो, that it was in possession of a deceased person at his death, that it has not since been in the possession of any person legally entitled to it is dealt under। कोई पर्सन है, थोनू पता है कि उस पर्सन दी मौत तो पहला वो प्रॉपर्टी ओदी सी, पर ਉਹਨੂੰ ਹਜੇ ਕਿਸੇ ਨੇ ਲੀਗਲੀ ਟੇਕ ਓਵਰ ਨਹੀਂ ਕੀਤਾ, ਤੇ ਤੁਸੀਂ ਹੁਣ ਉਸ ਪ੍ਰਾਪਰਟੀ ਨੂੰ ਉਸ ਪਰਸਨ ਦੀ ਡੈਥ ਤੋਂ ਬਾਅਦ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੇ ਹੋ, ਡਿਸऑनेस्टली ਵੇਚ ਦਿੰਦੇ ਹੋ ਜਾਂ ਖੁਦ ਉਹਦਾ ਯੂਜ਼ ਕਰਦੇ ਹੋ, ਤਾਂ ਇਹ ਜਿਹੜਾ ਅਪਰਾਧ ਹੈ ਡਿਸऑनेस्ट ਮਿਸਅਪ੍ਰੋਪ੍ਰੀਏਸ਼ਨ ਆਫ ਪ੍ਰਾਪਰਟੀ ਦਾ, ਇਹਦੀ ਗੱਲ ਹੁੰਦੀ ਹੈ ਇੰਡੀਅਨ ਪੀਨਲ ਕੋਡ ਦੇ ਸੈਕਸ਼ਨ 404 ਦੇ ਅੰਦਰ। ਕ੍ਰਿਮੀਨਲ ਬ੍ਰੀਚ ਆਫ ਟਰਸਟ ਦੀ ਕਿਹੜੀ ਧਾਰਾ ਹੈ? ਸੋ ਇਹਦੀ ਧਾਰਾ ਹੈ 406 ਆਈਪੀਸੀ। ਨੈਕਸਟ ਹੈ ਸੈਕਸ਼ਨ 34 ਹੈ ਜਿਹੜਾ ਕਾਮਨ ਇੰਟੈਂਸ਼ਨ ਦੀ ਗੱਲ ਕਰਦਾ ਇੰਡੀਅਨ ਪੀਨਲ ਕੋਡ ਦੇ ਅੰਦਰ, ਕਿ ਜਦੋਂ ਕੋਈ ਅਪਰਾਧ ਕਰਨਾ, ਮੰਨ ਲਓ ਕੋਈ 3 ਜਾਣਿਆਂ ਨੇ 5 ਜਾਣਿਆਂ ਨੇ ਗਰੁੱਪ ਦੇ ਵਿੱਚ, ਸੋ ਉਦੋਂ ਇੱਕ ਕਾਮਨ ਇੰਟੈਂਸ਼ਨ ਹੋਣੀ ਚਾਹੀਦੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਸਾਰੇ ਗਰੁੱਪ ਨੂੰ ਸਜ਼ਾ ਭੁਗਤਣੀ ਪਵੇ। ਸੋ ਇਹਦੀ ਗੱਲ ਹੁੰਦੀ ਹੈ ਸੈਕਸ਼ਨ 34 ਦੇ ਅੰਦਰ। ਇਹਨਾਂ 4 ਆਪਸ਼ਨਸ ਦੇ ਵਿੱਚੋਂ ਸੈਕਸ਼ਨ 34 ਨੂੰ ਲੈ ਕੇ ਕਿਹੜੀ ਸਟੇਟਮੈਂਟ ਗਲਤ ਹੈ? ਸੈਕਸ਼ਨ 34 ਨੂੰ ਲੈ ਕੇ ਜਿਹੜੀ ਸਟੇਟਮੈਂਟ ਗਲਤ ਹੈ ਉਹ ਹੈ ਆਪਸ਼ਨ ਡੀ। ਆਪਸ਼ਨ ਡੀ ਕਹਿ ਰਹੀ ਹੈ ਕਿ ਸੈਕਸ਼ਨ 34 ਇੱਕ ਪੀਨਲ ਪ੍ਰੋਵੀਜ਼ਨ ਹੈ। ਸੋ ਸੈਕਸ਼ਨ 34 ਇੱਕ ਪੀਨਲ ਪ੍ਰੋਵੀਜ਼ਨ ਨਹੀਂ ਹੈ, ਇਹ ਸਿਰਫ ਇੱਕ ਸਿਚੁਏਸ਼ਨ ਦੱਸ ਰਹੀ ਹੈ, ਇੱਕ ਪ੍ਰੋਸੀਜਰ, ਇੱਕ ਰੂਲ ਦੱਸਦੀ ਹੈ ਕਿ ਕਿਵੇਂ ਤੁਸੀਂ ਇੱਕ ਅਪਰਾਧ ਦੇ ਲਈ ਜਦੋਂ ਕੋਈ ਗਰੁੱਪ ਦੇ ਵਿੱਚ, ਕੋਈ ਅਸੈਂਬਲੀ ਦੇ ਵਿੱਚ ਸੇਮ ਇੰਟੈਂਸ਼ਨ ਲੈ ਕੇ 3 5 7 ਕੋਈ ਇਸ ਟਾਈਪ ਨਾਲ ਬੰਦੇ ਕੋਈ ਅਪਰਾਧ ਕਰਦੇ ਨੇ,
ਤਾਂ ਉਹਨਾਂ ਦੇ ਉੱਤੇ ਸਜ਼ਾ ਲੱਗੂਗੀ। ਸੋ ਇਹਦੇ ਅੰਦਰ ਰੂਲ ਆਫ ਐਵੀਡੈਂਸ ਹੈ, ਕੋਈ ਅਲੱਗ ਤੋਂ ਅਫੈਂਸ ਨਹੀਂ ਕ੍ਰੀਏਟ ਕਰਦੇ, ਸਿਰਫ ਇੱਕ ਲਾਇਬਿਲਿਟੀ ਦਾ ਕਿਵੇਂ ਸਜ਼ਾ ਮਿਲੂਗੀ ਉਸ ਚੀਜ਼ ਦਾ ਪ੍ਰਿੰਸੀਪਲ ਤੈਅ ਕੀਤਾ ਜਾਂਦਾ ਹੈ। ਹੈਬਿਚੁਅਲ ਡੀਲਿੰਗ ਇਨ ਸਲੇਵਸ, ਸੋ ਇਹਦਾ ਸੈਕਸ਼ਨ ਹੈ 371 ਆਈਪੀਸੀ। ਅੱਗੇ ਇੱਕ ਸਿਚੁਏਸ਼ਨ ਹੈ, ਲੀਗਲ ਰੀਜ਼ਨਿੰਗ ਦੇ ਵਿੱਚ ਇਸ ਟਾਈਪ ਦੇ ਕਾਫੀ ਵਾਰੀ ਕੁਐਸਚਨ ਆਉਂਦੇ ਨੇ। ਪੇਪਰਸ ਤੁਹਾਨੂੰ ਲੀਗਲ ਰੀਜ਼ਨਿੰਗ ਦੇ ਅੰਦਰ ਪੈਰਾਗ੍ਰਾਫ ਵੀ ਆ ਸਕਦੇ ਨੇ, ਸੋ ਇੱਕ ਪੈਸੇਜ ਬੇਸਡ ਕੰਪਰੀਹੈਂਸ਼ਨ ਬੇਸਡ ਵੀ ਤੁਹਾਨੂੰ ਕੁਐਸਚਨ ਆ ਸਕਦਾ। ਸੋ ਉਹਦੇ ਵਿੱਚ ਕੀ ਹੋਊਗਾ, ਲਾਅ ਨਾਲ ਰਿਲੇਟਡ ਤੁਹਾਨੂੰ ਇੱਕ ਪੂਰਾ ਦਾ ਪੂਰਾ ਪੈਰਾ ਹੋਊਗਾ। ਸੋ ਨੀਚੇ ਘੱਟੋ ਘੱਟ ਤੁਹਾਨੂੰ ਉੱਥੇ 4 ਜਾਂ 5 ਕੁਐਸਚਨ ਹੋਣਗੇ। ਸੋ ਪੈਰਾਗ੍ਰਾਫ ਦੇ ਵਿੱਚੋਂ ਹੀ ਤੁਸੀਂ ਉਹਨਾਂ ਆਨਸਰਸ ਨੂੰ ਫਾਈਂਡ ਆਊਟ ਕਰਨਾ ਹੋਊਗਾ। ਇੱਕ ਅੱਧਾ ਕੁਐਸਚਨ ਹੋਊਗਾ ਜਿਹੜਾ ਤੁਹਾਡੀ ਬੇਸਿਕ ਲੀਗਲ ਨੌਲੇਜ ਉੱਤੇ ਡਿਪੈਂਡ ਕਰਦਾ ਹੋ। ਸੋ ਇੱਕ ਸਿਚੁਏਸ਼ਨ ਹੈ, ਹੁਣ ਆਪਾਂ ਧਿਆਨ ਨਾਲ ਪਹਿਲਾਂ ਪੜ੍ਹਦੇ ਹਾਂ। A ਨੇ Z ਨੂੰ ਅਟੈਕ ਕੀਤਾ under such circumstances of grave provocation that his killing of Z would be only culpable homicide not amounting to murder। ਸੋ A ਨੇ Z ਨੂੰ ਅਟੈਕ ਕੀਤਾ ਪਰ Z ਨੇ A ਨੂੰ ਉਕਸਾਇਆ ਇਸ ਹੱਦ ਤੱਕ ਕਿ A ਨੇ Z ਨੂੰ ਮਾਰਿਆ। B having ill will towards Z and intending to kill him and not having been subject to provocation assist A in killing Z। ਹੁਣ A ਨੂੰ ਤਾਂ Z ਨੇ ਉਕਸਾਇਆ ਸੀ ਤਾਂ A ਨੇ ਮਾਰਿਆ, ਪਰ B ਉਹਦਾ Z ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਦੀ ਖੁਦ ਦੀ ਨੀਅਤ ਖਰਾਬ ਸੀ, ਇਲ ਵਿਲ ਸੀ, ਬੈਡ ਇੰਟੈਂਸ਼ਨ ਸੀ ਤੇ ਉਹਨੇ ਬਿਨਾ ਕੋਈ Z ਦੇ ਨਾਲ ਡਾਇਰੈਕਟ ਕੰਟੈਕਟ ਤੋਂ ਬਿਨਾ Z ਦੇ ਉਕਸਾਏ A ਦੀ ਮਦਦ ਕੀਤੀ Z ਨੂੰ ਮਾਰਨ ਦੇ ਵਿੱਚ। Which of the following judgment under section 38 of IPC applies to A and B? So IPC ਦੀ ਧਾਰਾ 38 ਦੇ ਅਨੁਸਾਰ ਇਸ ਸਿਚੁਏਸ਼ਨ ਵਿੱਚ ਜਿਹੜਾ A ਹੈ ਉਹਨੂੰ ਤਾਂ ਕਲਪੇਬਲ ਹੋਮਿਸਾਈਡ ਦੀ ਸਜ਼ਾ ਦੇ ਲਈ ਅੰਦਰ ਕੀਤਾ ਜਾਊਗਾ। B ਉਰੇ ਮਰਡਰ ਦਾ ਗਿਲਟੀ ਹੈ। ਸੋ ਕਲਪੇਬਲ ਹੋਮਿਸਾਈਡ ਤੇ ਮਰਡਰ ਇਹ ਦੋ ਚੀਜ਼ਾਂ ਦੇ ਵਿੱਚ ਸਿਰਫ ਇੰਨਾ ਫਰਕ ਹੁੰਦਾ ਹੈ ਇੰਟੈਂਸ਼ਨ ਦਾ, ਨੀਅਤ ਦਾ। ਹੁਣ B ਦਾ ਕੋਈ ਲੈਣਾ ਦੇਣਾ, ਜਿੱਥੇ ਕਿਸੇ ਦਾ ਕੋਈ ਡਾਇਰੈਕਟ ਲੈਣਾ ਦੇਣਾ ਨਾ ਹੋਵੇ, ਕੋਈ ਉਕਸਾਇਆ ਨਾ ਗਿਆ ਹੋਵੇ, ਉੱਥੇ ਸਜ਼ਾ ਹੁੰਦੀ ਹੈ ਮਰਡਰ ਦੀ। ਜਿੱਥੇ ਕੋਈ ਇਹੋ ਜਿਹੀ ਸਿਚੁਏਸ਼ਨ ਹੈ ਜਿਵੇਂ ਉਰੇ ਆ ਗਈ ਸੀ ਗ੍ਰੇਵ ਪ੍ਰੋਵੋਕੇਸ਼ਨ ਦੀ, ਬਹੁਤ ਹੀ ਜ਼ਿਆਦਾ ਉਕਸਾਇਆ ਇੱਕ ਲਿਮਿਟ ਤੱਕ, ਤਾਂ ਉੱਥੇ ਹੁਣ ਮਰਡਰ ਦੀ ਬਜਾਏ ਜਿਹੜੀ A ਨੂੰ ਸਜ਼ਾ ਹੋਊਗੀ ਉਹ ਹੋਊਗੀ ਕਲਪੇਬਲ ਹੋਮਿਸਾਈਡ ਦੀ। ਹੁਣ ਜੇ ਆਪਾਂ ਸੈਕਸ਼ਨਸ ਦੀ ਗੱਲ ਕਰੀਏ, ਜਿਹੜਾ ਕਲਪੇਬਲ ਹੋਮਿਸਾਈਡ ਹੈ ਇਹਦੀ ਹੈ ਧਾਰਾ 299 ਜਿਹਦੇ ਚ ਇਹਨੂੰ ਡਿਫਾਈਨ ਕੀਤਾ ਜਾਂਦਾ ਹੈ। IPC ਦੀ ਮਰਡਰ ਦੀ ਗੱਲ ਹੁੰਦੀ ਹੈ ਸੈਕਸ਼ਨ 300 ਦੇ ਅੰਦਰ। ਮਰਡਰ ਹੈ ਜਿਹੜੀ ਇਹਦੀ ਕ੍ਰਿਮੀਨੈਲਿਟੀ ਹੈ, ਜਿਹੜੀ ਸਜ਼ਾ ਹੈ ਉਹ ਜ਼ਿਆਦਾ ਹੁੰਦੀ ਹੈ, ਹਾਇਰ ਹੁੰਦੀ ਹੈ, ਕਲਪੇਬਲ ਹੋਮਿਸਾਈਡ ਦੀ ਘੱਟ ਹੁੰਦੀ ਹੈ। ਕਿਉਂਕਿ ਜੇ ਤੁਸੀਂ ਇਸ ਸਿਚੁਏਸ਼ਨ ਵਿੱਚ ਵੀ ਦੇਖ ਰਹੇ ਹੋਵੋਗੇ ਜਿਹਦਾ ਕੋਈ ਲੈਣਾ ਦੇਣਾ ਹੀ ਨਹੀਂ, ਕੋਈ ਉਹਨੂੰ Z ਨੇ ਉਕਸਾਇਆ ਨਹੀਂ, ਜੇ ਉਹ ਮਾਰ ਰਿਹਾ ਹੈ ਜਾਂ ਮਾਰਨ ਦੇ ਵਿੱਚ ਡਾਇਰੈਕਟ ਮਦਦ ਕਰ ਰਿਹਾ ਹੈ ਤਾਂ ਉਹਦੀ ਸਜ਼ਾ ਜ਼ਿਆਦਾ ਹੋਣੀ ਚਾਹੀਦੀ ਹੈ। ਸੋ ਜਿੰਨੇ ਵੀ ਕਲਪੇਬਲ ਹੋਮਿਸਾਈਡ ਹੁੰਦੇ ਨੇ ਉਹ ਮਰਡਰ ਨਹੀਂ ਹੁੰਦੇ, ਪਰ ਹਰ ਮਰਡਰ ਦੇ ਅੰਦਰ ਕਲਪੇਬਲ ਹੋਮਿਸਾਈਡ ਹੁੰਦਾ ਹੈ। ਸੋ ਕਲਪੇਬਲ ਹੋਮਿਸਾਈਡ ਆ ਜਿਹੜਾ, ਇਹਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਮੌਤ ਦੀ, ਡੈਥ ਦੀ ਜਿਹੜੀ ਨੌਲੇਜ ਹੈ ਉਹ ਇਨਡੈਫੀਨਿਟ ਹੈ। ਹੁਣ ਉਰੇ ਉਹਨੇ ਉਕਸਾਇਆ ਤੇ ਉਹਨੇ ਇੱਕੋ ਦਮ ਉਹਨੂੰ ਮਾਰਤਾ, ਪਰ ਉਹਦੇ ਪਿੱਛੇ B ਨੇ ਜਿਹੜੀ ਮਾਰਨ 'ਚ ਹੈਲਪ ਕੀਤੀ, ਡਾਇਰੈਕਟ ਮਦਦ ਕੀਤੀ, B ਦੀ ਜਿਹੜੀ ਮਨਸ਼ਾ ਸੀ, ਇੰਟੈਂਸ਼ਨ ਸੀ ਉਹ ਗਲਤ ਸੀ ਤੇ ਉਹਨੂੰ ਨੌਲੇਜ ਸੀ। B ਹਰ ਹਾਲਤ ਵਿੱਚ ਮਾਰਨਾ ਚਾਹੁੰਦਾ ਸੀ Z ਨੂੰ। ਸੋ ਉੱਥੇ ਜਿਹੜਾ ਮਰਡਰ ਹੈ, knowledge of death is definite। ਸੋ ਇਹ ਦੋ ਤਿੰਨ ਜਿਹੜੇ ਡਿਫਰੈਂਸ ਦੇ ਪੁਆਇੰਟਸ ਨੇ ਇਹ ਤੁਸੀਂ ਸਮਝਣੇ ਨੇ, ਕਿਉਂਕਿ ਕਲਪੇਬਲ ਹੋਮਿਸਾਈਡ ਤੇ ਮਰਡਰ ਇਹ ਬਹੁਤ ਹੀ ਬੇਸਿਕ ਜਿਹੇ ਕਨਸੈਪਟ ਨੇ ਜਿਹੜੇ ਲੀਗਲ ਰੀਜ਼ਨਿੰਗ ਦੇ ਅੰਦਰ ਕਿਸੇ ਵੀ ਫਾਰਮ ਵਿੱਚ ਤੁਹਾਨੂੰ ਆ ਸਕਦੇ ਨੇ। ਕੰਸਪਾਇਰਿੰਗ ਟੂ ਕਮਿਟ ਸਰਟਨ ਆਫੈਂਸ ਅਗੇਂਸਟ ਸਟੇਟ, ਤੁਸੀਂ ਸਟੇਟ ਦੇ ਅਗੇਂਸਟ, ਸਰਕਾਰ ਦੇ ਅਗੇਂਸਟ ਕੋਈ ਅਪਰਾਧ ਕਰਨ ਦੀ ਕਨਸਪੀਰੇਸੀ, ਛੜਯੰਤਰ ਰਚ ਰਹੇ ਹੋ ਤਾਂ ਉਹਦੀ ਸਜ਼ਾ ਹੋਗੀ ਸੈਕਸ਼ਨ 121A ਦੇ ਅੰਦਰ। ਐਂਡ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਕੋਈ ਵੱਡੀ ਵਾਰ ਕ੍ਰੀਏਟ ਕਰਨ ਦੇ ਲਈ ਤੁਸੀਂ ਉਹਨੂੰ ਤਿਆਰ ਕਰਨ ਦੀ ਇੱਛਾ ਰੱਖ ਰਹੇ ਹੋ। ਕੰਸੀਲਿੰਗ ਵਿਦ ਇੰਟੈਂਟ, ਕੋਈ ਚੀਜ਼ ਨੂੰ ਲੁਕੋ ਰਹੇ ਹੋ। ਟੂ ਫੈਸਿਲਿਟੇਟ ਅ ਡਿਜ਼ਾਈਨ, ਕੋਈ ਕਿਸੇ ਲੜਾਈ ਦੀ ਤਿਆਰੀ ਕਰ ਰਿਹਾ ਤੇ ਤੁਸੀਂ ਚੀਜ਼ਾਂ ਨੂੰ ਛੁਪਾ ਰਹੇ ਹੋ, ਲੁਕੋ ਰਹੇ ਹੋ ਇਸ ਮਨਸ਼ਾ ਦੇ ਨਾਲ ਕਿ ਉਹ ਜਿਹੜੀ ਵੇਜ ਵਾਰ ਹੈ ਜਿਹਨੂੰ ਤੁਸੀਂ ਤਿਆਰ ਕਰ ਰਿਹਾ, ਕੋਈ ਹੋਰ ਚਾਹੇ ਤਿਆਰ ਕਰ ਰਿਹਾ, ਕਿਸੇ ਲੜਾਈ ਦੀ ਤਿਆਰੀ ਕਰ ਰਿਹਾ, ਉਹਦੇ ਡਿਜ਼ਾਈਨ ਨੂੰ ਤੁਸੀਂ ਫੈਸਿਲਿਟੇਟ ਕਰ ਰਹੇ ਹੋ, ਉਹਨੂੰ ਉਵੇਂ ਹੀ ਅੱਗੇ ਵਧਣ ਦੇਣਾ ਚਾਹੁੰਦੇ ਹੋ।
ਸੋ ਜਦੋਂ ਕਿਸੇ ਚੀਜ਼ ਨੂੰ ਕਿਸੇ ਗਲਤ ਇੰਟੈਂਸ਼ਨ ਦੇ ਨਾਲ ਕੰਸੀਲ ਕੀਤਾ ਜਾਵੇ, ਸਪੈਸ਼ਲੀ ਵੇਜ ਕਰਨ ਦੇ ਲਈ ਕੋਈ ਵਾਰ, ਵੱਡੀ ਲੜਾਈ ਸਰਕਾਰ ਦੇ ਅਗੇਂਸਟ, ਦੇਸ਼ ਦੇ ਅਗੇਂਸਟ, ਸੋ ਉਹਦੀ ਸਜ਼ਾ ਹੁੰਦੀ ਹੈ ਸੈਕਸ਼ਨ 123 ਦੇ ਅੰਦਰ। ਨੈਕਸਟ ਇੱਕ ਸਿਚੁਏਸ਼ਨ ਹੈ, A ਨੇ B ਨੂੰ ਮਾਰਿਆ and Y jumps in to stop the beating. Y ਵਿੱਚ ਕੁੱਦਿਆ ਲੜਾਈ ਨੂੰ ਰੋਕਣ ਦੇ ਲਈ। In this process A ਨੇ ਜਾਣਬੁੱਝ ਕੇ Y ਨੂੰ ਮਾਰਿਆ। As per section 71 of IPC, which of the following should be punishment? So ਉਰੇ ਜਿਹੜਾ A ਹੈ ਇਹ liable ਹੈ for one punishment, ਜਿਹੜੀ ਕਿ ਉਹਨੇ Z ਨੂੰ ਮਾਰਿਆ, beating Z, ਦੂਜੀ ਜਿਹੜੀ ਉਹਨੇ Y ਨੂੰ ਜਾਣਬੁੱਝ ਕੇ ਮਾਰਿਆ। ਸੋ ਦੋਨਾਂ ਨੂੰ ਹਰਟ ਕਰਨ ਦੀ ਅਲੱਗ-ਅਲੱਗ ਸਜ਼ਾ ਮਿਲੂਗੀ A ਨੂੰ। If committed in a place of public worship, ਜੇ ਕੋਈ ਅਪਰਾਧ ਕਿਸੇ ਪਬਲਿਕ ਵਰਸ਼ਿਪ ਜਿੱਥੇ ਲੋਕ ਜਾਂਦੇ ਨੇ, ਪਾਠ ਪੂਜਾ ਕਰਦੇ ਨੇ, ਉਸ ਟਾਈਪ ਦੀ ਜਗ੍ਹਾ ਤੇ ਕਰੇ ਕੋਈ ਇਹੋ ਜਿਹਾ ਅਪਰਾਧ ਜਿਹੜਾ ਕਿਸੇ ਪਬਲਿਕ ਵਰਸ਼ਿਪ ਵਾਲੀ ਜਗ੍ਹਾ ਤੇ ਹੋ ਰਿਹਾ, ਤਾਂ ਉਹਦੀ ਸਜ਼ਾ ਹੈ ਸੈਕਸ਼ਨ 153B ਦੇ ਅੰਦਰ। ਕੋਈ ਹੱਲਾ ਗੁੱਲਾ ਕਰਨ ਦੇ ਲਈ, ਕੋਈ ਦੰਗੇ ਭੜਕਾਉਣ ਦੇ ਲਈ, ਅਨਲੌਫੁਲ ਅਸੈਂਬਲੀ ਦੇ ਲਈ, ਜੇ ਕੋਈ ਪਰਸਨ ਕਿਤੋਂ ਹਾਇਰ ਕਰ ਰਿਹਾ, ਕੋਈ ਬੰਦੇ ਕਿਰਾਏ ਤੇ ਮੰਗਵਾ ਰਿਹਾ ਸਿਰਫ ਹੱਲਾ ਗੁੱਲਾ ਕ੍ਰੀਏਟ ਕਰਵਾਉਣ ਦੇ ਲਈ, ਹਾਰਬਰਿੰਗ ਪਰਸਨ ਹਾਇਰਡ ਫॉर ਐਨ ਅਨਲੌਫੁਲ ਅਸੈਂਬਲੀ, ਉਹਨਾਂ ਨੂੰ ਭਜਾਉਣ ਦੇ ਵਿੱਚ ਮਦਦ ਕਰੇ, ਕੋਈ ਉਹਨੂੰ ਲਿਆਉਣ 'ਚ ਮਦਦ ਕਰੇ, ਸੋ ਉਹਦੇ ਲਈ ਸੈਕਸ਼ਨ ਹੈ 157 IPC। Sedition, an offence, was held constitutionally valid in Kedarnath versus state of Bihar, dealt under, so sedition ਦਾ ਜਿਹੜਾ ਅਪਰਾਧ ਹੈ ਇਹ ਹੈ ਸੈਕਸ਼ਨ 124A ਦੇ ਅੰਦਰ IPC। ਪੰਜਾਬੀ ਚ ਆਪਾਂ ਇਹਨੂੰ ਕਹਿ ਦਿੰਦੇ ਆ ਦੇਸ਼ ਧਰੋਹ ਦਾ ਮਾਮਲਾ। ਸੋ ਇਹ ਵੀ ਬਹੁਤ ਵਾਰੀ ਪੇਪਰ ਚ ਆਉਂਦਾ ਹੈ। Which of the following section has been inserted in the IPC by Criminal Law Amendment 2013? ਸੋ 2013 ਦੀ ਅਮੈਂਡਮੈਂਟ ਦੇ ਵਿੱਚ ਇਹ ਸਾਰੇ ਸੈਕਸ਼ਨ ਐਡ ਕੀਤੇ ਗਏ ਨੇ। ਆਪਸ਼ਨ ਡੀ ਰਾਈਟ ਆਨਸਰ ਹੈ, 376A, B 166A, B 354C। Criminal Law Amendment 2013 ਦੇ ਅਨੁਸਾਰ right of private defense of body extends to voluntary causing of death or any harm to assistant if offense which occasion the exercise of the right is the act of, so answer is acid attack। ਜੇ ਕੋਈ ਤੁਹਾਡੇ ਤੇ ਐਸਿਡ ਅਟੈਕ ਕਰਨ ਲੱਗਿਆ ਤੇ ਤੁਹਾਨੂੰ ਚੀਜ਼ ਦਾ ਪਤਾ ਲੱਗ ਜੇ ਤਾਂ ਤੁਸੀਂ ਆਪਣੇ ਬਚਾਵ ਦੇ ਲਈ ਸਾਹਮਣੇ ਵਾਲੇ ਇਨਸਾਨ ਦੀ ਜੋ ਤੁਹਾਡੇ ਤੇ ਅਟੈਕ ਕਰਨ ਲੱਗਿਆ ਜਾਂ ਜੋ ਉਹਦਾ ਕੋਈ ਸਾਥੀ ਹੈ ਉਹਨਾਂ ਦੀ ਜਾਨ ਵੀ ਲੈ ਸਕਦੇ ਹੋ। ਸੋ you have full right under private defense of your body to cause voluntary death। Voluntary throwing or attempting to throw acid attack ਇੱਕ offense ਹੈ ਜਿਹੜਾ ਕਿਸ ਧਾਰਾ ਦੇ ਅੰਦਰ punishable ਹੈ। ਸੋ ਇਹਦੀ ਸਜ਼ਾ ਹੈ ਸੈਕਸ਼ਨ 326B ਦੇ ਅੰਦਰ। X ਤੇ Y Z ਨੂੰ ਮਾਰਨ ਗਏ। X ਹੈ ਜਿਹੜਾ ਗੇਟ ਤੇ ਖੜ ਗਿਆ, ਉਹਦੇ ਹੱਥ 'ਚ ਸਪੀਅਰ ਸੀ, ਕੁल्हाड़ी ਟਾਈਪ ਕੋਈ ਚੀਜ਼ ਸੀ, ਪਰ X ਨੇ Z ਨੂੰ ਮਾਰਿਆ ਨਹੀਂ, ਉਹ ਸਿਰਫ Z ਦੇ ਘਰ ਦੇ ਬਾਹਰ ਖੜ ਕੇ ਨਿਗਰਾਨੀ ਕਰ ਰਿਹਾ ਸੀ ਕਿਉਂਕਿ ਆ ਤਾਂ ਨਹੀਂ ਰਿਹਾ, ਤੇ Y ਅੰਦਰ ਜਾ ਗਿਆ ਘਰ ਦੇ ਤੇ ਉਹਨੇ Z ਨੂੰ ਮਾਰਤਾ। ਹੁਣ ਉਰੇ Z ਨੂੰ ਮਾਰਨ ਦੀ ਸਜ਼ਾ ਕਿਹਨੂੰ ਮਿਲੂਗੀ? ਸੋ X ਤੇ Y ਜਦੋਂ ਦੋਨੋਂ ਇੰਟੈਂਸ਼ਨ ਨਾਲ ਗਏ ਨੇ Z ਨੂੰ ਮਾਰਨ ਦੀ, ਤੇ X ਨੇ ਡਾਇਰੈਕਟਲੀ ਬਿਲਕੁਲ ਜਦੋਂ ਕਿਸੇ ਇਨਸੀਡੈਂਟ ਦੇ ਵਿੱਚ, ਕਿਸੇ ਅਪਰਾਧ ਵਿੱਚ ਕਿਸ ਦੀ ਡਾਇਰੈਕਟ ਇਨਵੋਲਵਮੈਂਟ ਹੋਵੇ ਤਾਂ ਉਹਨੂੰ ਵੀ ਉਨੀ ਹੀ ਸਜ਼ਾ ਮਿਲਦੀ ਹੈ ਜਿੰਨੀ ਅਪਰਾਧ ਕਰਨ ਵਾਲੇ ਨੂੰ ਮਿਲਦੀ ਹੈ। ਸੋ ਉਰੇ X ਤੇ Y ਦੋਨਾਂ ਨੂੰ ਹੀ ਮਰਡਰ ਦੇ ਲਈ ਲਾਇਬਲ ਕੀਤਾ ਜਾਊਗਾ। ਅਗਲਾ ਹੈ voluntarily has been defined as an effect caused by means whereby a person intended to cause it or by means at the time of employing those means know or had reason to believe। ਜਦੋਂ ਕਿਸੇ ਨੂੰ ਕੋਈ ਚੀਜ਼ ਕਰਨ ਲੱਗੇ ਜਾਂ ਹੋਣ ਲੱਗੇ ਪਤਾ ਹੋਵੇ ਜਾਂ ਆਪਣੀ ਮਰਜ਼ੀ ਨਾਲ ਕਰੇ ਉਹਨੂੰ ਆਪਾਂ ਕਹਿੰਦੇ ਆ voluntarily। IPC ਦੇ ਅੰਦਰ voluntarily ਦੀ ਡੈਫੀਨੇਸ਼ਨ ਹੈ ਸੈਕਸ਼ਨ 38 ਦੇ ਅੰਦਰ। ਨੈਕਸਟ ਹੈ IPC ਦਾ ਸੈਕਸ਼ਨ ਜਿਹੜਾ 45 ਹੈ ਉਹ ਗੱਲ ਕਰਦਾ ਲਾਈਫ ਦੀ। ਉਰੇ ਹੁਣ ਕੀ ਦੀ ਲਾਈਫ ਦੀ ਗੱਲ ਹੁੰਦੀ ਹੈ? ਜਿੱਥੇ ਜਿੱਥੇ ਤੁਸੀਂ ਇੰਡੀਅਨ ਪੀਨਲ ਕੋਡ ਦੇ ਅੰਦਰ ਲਾਈਫ ਦੀ ਗੱਲ ਕਰੋ, ਕਿਸੇ ਨੇ ਕਿਸੇ ਦੀ ਲਾਈਫ ਲਈ, ਲਾਈਫ ਗਈ, ਲਾਈਫ ਨੂੰ ਬਚਾਉਣਾ, ਤਾਂ ਉਹਦਾ ਮਤਲਬ ਹੈ ਇਨਸਾਨ ਦੀ ਲਾਈਫ, life of a human being। Principle as to the way in which a man should behave when he has to make a choice between two evils, ਇਹਦੀ illustration ਹੈ section 81 ਦੇ ਅੰਦਰ।
ਜਦੋਂ ਇੰਡੀਅਨ ਪੀਨਲ ਕੋਡ ਨੂੰ ਤਿਆਰ ਕੀਤਾ, ਇੱਕ ਡਰਾਫਟ ਕੀਤਾ, ਉਸ ਕਮੇਟੀ ਦੇ ਪ੍ਰੈਜ਼ੀਡੈਂਟ ਕੌਣ ਸੀ? ਸੋ ਆਈਪੀਸੀ ਨੂੰ ਡਰਾਫਟ ਕੀਤਾ ਤਾਂ ਉਹਦੇ ਪ੍ਰੈਜ਼ੀਡੈਂਟ ਸੀ ਕਮੇਟੀ ਦੇ ਲਾਰਡ ਮੈਕੌਲੇ, ਆਪਸ਼ਨ ਸੀ, ਐਂਡ ਦਿਸ ਇਜ਼ ਇੰਪੋਰਟੈਂਟ ਵਨ। ਨੈਕਸਟ ਹੈ, ਜਦੋਂ ਕਿਸੇ ਔਰਤ ਦੀ ਮੋਡੈਸਟੀ ਨੂੰ ਆਊਟਰੇਜ ਕਰਨ ਦੇ ਲਈ, ਠੇਸ ਪਹੁੰਚਾਉਣ ਦੇ ਲਈ ਕੋਈ ਅਸੌਲਟ ਦੀ ਯੂਜ਼ ਕੀਤੀ ਜਾਵੇ, ਕੋਈ ਕ੍ਰਿਮੀਨਲ ਫੋਰਸ ਵਰਤੀ ਜਾਵੇ, ਤਾਂ ਉਹਦਾ ਅਪਰਾਧ ਆਉਂਦਾ ਸੈਕਸ਼ਨ 354 ਦੇ ਅੰਦਰ, ਆਪਸ਼ਨ ਏ, ਐਂਡ ਦਿਸ ਇਜ਼ ਅਗੇਨ ਇੰਪੋਰਟੈਂਟ ਫॉर एग्जाम। ਨੈਕਸਟ ਆ ਗਿਆ ਕ੍ਰਿਮੀਨਲ ਪ੍ਰੋਸੀਜਰ ਕੋਡ। ਹੁਣ ਆਈਪੀਸੀ ਦੇ ਅੰਦਰ ਅਪਰਾਧ ਨੇ, ਉਹਨਾਂ ਦੀ ਸਜ਼ਾ ਹੈ। ਕ੍ਰਿਮੀਨਲ ਪ੍ਰੋਸੀਜਰ ਦੇ ਅੰਦਰ ਸਜ਼ਾ ਜਦੋਂ ਕਿਸੇ ਦੀ ਤੈਅ ਕਰਨੀ ਹੈ, ਪੁਲਿਸ ਦਾ ਕੀ ਰੋਲ ਹੈ, ਐਫਆਈਆਰ ਤੋਂ ਲੈ ਕੇ ਕੋਰਟ ਤੱਕ ਅਪਰਾਧੀ ਨੂੰ ਕਿਵੇਂ ਪਹੁੰਚਾਉਣਾ, ਫਿਰ ਕੋਰਟ ਦੀਆਂ ਕੀ ਪਾਵਰਸ ਨੇ, ਸੰਮਨ ਕਿਵੇਂ ਭੇਜਣੇ ਨੇ, ਵਾਰੰਟ ਕਿਵੇਂ ਨੇ, ਜੇ ਕਿਸੇ ਦੀ ਪ੍ਰਾਪਰਟੀ ਨੂੰ ਆਪਾਂ ਨੇ ਜ਼ਬਤ ਕਰਨਾ ਹੈ ਤਾਂ ਉਹਦਾ ਕੀ ਰਹੂਗਾ, ਕੋਈ offender ਹੈ ਜਿਹੜਾ ਤੁਹਾਨੂੰ ਮਿਲ ਨਹੀਂ ਰਿਹਾ ਤਾਂ ਉਹਨੂੰ ਤੁਸੀਂ ਭਗੌੜਾ ਕਿਵੇਂ ਕਰਾਰਨਾ, ਬੇਲ ਕਿਹਨੂੰ ਮਿਲੂਗੀ, ਕਦੋਂ ਬੇਲ ਨਹੀਂ ਮਿਲੂਗੀ। ਸੋ ਹਰ ਇੱਕ ਚੀਜ਼ ਪ੍ਰੋਸੀਜਰ ਕੀ ਰਹੂਗਾ, ਕਿਸੇ ਵੀ ਅਪਰਾਧੀ ਨੂੰ ਉਹਦੀ ਸਜ਼ਾ ਜਦੋਂ ਹੋਣੀ ਹੈ, ਸਜ਼ਾ ਤੱਕ ਪਹੁੰਚਾਉਣ ਦੇ ਲਈ, ਤੇ ਜਿਹਦੇ ਨਾਲ ਅਪਰਾਧ ਹੋਇਆ ਉਹਨੂੰ ਇਨਸਾਫ ਦਿਵਾਉਣ ਦੇ ਲਈ ਕੀ ਸਟੈਪ ਫੋਲੋ ਕੀਤੇ ਜਾਣਗੇ, ਹਰ ਚੀਜ਼ ਦੀ ਗੱਲ ਹੁੰਦੀ ਹੈ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਅੰਦਰ। ਤੇ ਜਿਹੜਾ ਐਵੀਡੈਂਸ ਲਾਅ ਹੈ ਉਹ ਗੱਲ ਕਰਦਾ ਕਿ ਕੋਰਟ ਵਿੱਚ ਜਾਂ ਫਿਰ ਪੁਲਿਸ ਨੇ ਜਿਹੜੇ ਕੋਈ ਵੀ ਸਬੂਤ ਦੇਣੇ ਨੇ, ਲੈਣੇ ਨੇ, ਕੋਰਟ 'ਚ ਪੇਸ਼ ਕਰਨੇ ਨੇ, ਗਵਾਹੀ ਕਿਹਦੀ ਹੋਊਗੀ, ਉਹ ਸਾਰੀਆਂ ਐਵੀਡੈਂਸ ਰਿਲੇਟਡ ਚੀਜ਼ਾਂ ਨੇ, ਉਹਨਾਂ ਦੀ ਗੱਲ ਹੁੰਦੀ ਹੈ 1872 ਦੇ ਐਵੀਡੈਂਸ ਐਕਟ ਦੇ ਅੰਦਰ। ਤੇ ਇਹ ਹੈ ਜਿਹੜਾ, ਇਹ ਹੈ 1973 ਦਾ ਕ੍ਰਿਮੀਨਲ ਪ੍ਰੋਸੀਜਰ ਕੋਡ, ਤੇ ਆਈਪੀਸੀ ਦਾ ਸਾਲ ਸੀ 1860। 1872 ਹੈ ਇੰਡੀਅਨ ਐਵੀਡੈਂਸ। ਸੋ ਹੁਣ ਆਪਾਂ ਦੇਖਦੇ ਹਾਂ ਕਿਹੜਾ ਸੈਕਸ਼ਨ ਹੈ ਜਿਹੜਾ ਗੱਲ ਕਰਦਾ ਸੀਆਰਪੀਸੀ ਦਾ ਡਾਇਰੈਕਸ਼ਨ ਆਫ ਵਾਰੰਟ ਫॉर ਐਗਜ਼ੀਕਿਊਸ਼ਨ। ਸੋ ਇਹਦਾ ਹੈ ਸੈਕਸ਼ਨ 419, ਆਰਡਰ ਟੂ ਰਿਲੀਜ਼ ਔਨ ਪ੍ਰੋਬੇਸ਼ਨ ਆਫ ਗੁੱਡ ਕੰਡਕਟ ਔਰ ਆਫਟਰ ਐਡਮੋਨੀਸ਼ਨ, ਕੋਈ ਮਾਫੀ ਮੰਗ ਰਿਹਾ ਹੈ ਜਾਂ ਫਿਰ ਕਿਸ ਦਾ ਗੁੱਡ ਕੰਡਕਟ ਹੈ ਤਾਂ ਉਹਦੀ ਰਿਲੀਜ਼ ਹੋ ਸਕਦੀ ਹੈ ਸੈਕਸ਼ਨ 360 ਦੇ ਅੰਦਰ। ਪਰ ਇਹਦੇ ਲਈ ਸਿਰਫ ਔਰ ਸਿਰਫ ਉਹ ਅਪਰਾਧ ਨੇ ਜਿਨ੍ਹਾਂ ਨੂੰ ਪੈਟੀ ਛੋਟੇ ਆਫੈਂਸ ਕਿਹਾ ਜਾਂਦਾ ਹੈ। ਪਾਵਰ ਟੂ ਐਗਜ਼ਾਮਿਨ ਦ ਅਕਿਊਜ਼ਡ comes under section 313 CRPC। Trial of summon case by magistrate, ਇਹਦੀ ਗੱਲ ਹੁੰਦੀ ਹੈ ਚੈਪਟਰ 20 ਦੇ ਅੰਦਰ। Plea bargaining, ਇਹਦੀ ਐਪਲੀਕੇਸ਼ਨ ਲਗਾ ਸਕਦੇ ਹਾਂ ਸੈਕਸ਼ਨ 265B ਦੇ ਅੰਦਰ। ਪਬਲਿਕ ਪ੍ਰੋਸੀਕਿਊਟਰ ਨੇ ਜਿਹੜੇ ਕਈ ਕੇਸਿਸ ਦੇ ਵਿੱਚ ਇਹ ਆਉਂਦੇ ਨੇ ਸਰਕਾਰ ਦੇ ਬਿਹਾਫ ਤੇ, ਜਾਂ ਫਿਰ ਜੇ ਕਿਸੇ ਕੋਲ ਕੋਈ ਲਾਇਰ ਕੋਈ ਹਾਇਰ ਨਹੀਂ ਕਰ ਸਕਦਾ, ਕੋਈ ਗਰੀਬ ਹੈ, ਉੱਥੇ ਕੋਰਟ ਇਸ਼ੂ ਕਰ ਦਿੰਦੀ ਹੈ ਐਪਲੀਕੇਸ਼ਨ ਜਦੋਂ ਕੋਈ ਲਗਾਉਂਦਾ ਕਿ ਮੈਂ ਗਰੀਬ ਆ, ਮੈਂ ਕੋਈ ਲਾਇਰ ਨਹੀਂ ਹਾਇਰ ਕਰ ਸਕਦਾ, ਤਾਂ ਸਰਕਾਰ ਉੱਥੇ ਇੱਕ ਆਪਣਾ ਪਬਲਿਕ ਪ੍ਰੋਸੀਕਿਊਟਰ ਦੇ ਦਿੰਦੀ ਆ ਪਾਰਟੀ ਨੂੰ। ਸੋ ਉਹਦੀ ਗੱਲ ਹੁੰਦੀ ਹੈ ਸੈਕਸ਼ਨ 301 ਦੇ ਅੰਦਰ ਕਿੱਥੇ ਕਿੱਥੇ ਅਪੀਅਰੈਂਸ ਹੋਣੀ ਹੈ, ਕਿਹੜੇ ਕੇਸ ਦੇ ਵਿੱਚ ਖੁਦ ਆਊਗਾ ਪਬਲਿਕ ਪ੍ਰੋਸੀਕਿਊਟਰ। ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਕਦੋਂ ਤੋਂ ਲਾਗੂ ਹੋਇਆ? ਸੋ ਦਿਸ ਕੇਮ ਇਨਟੂ ਫੋਰਸ ਫਰੋਮ 1 April 1974। The term cognizable offence is defined under, so cognizable offence ਦੀ definition ਹੈ section 2C ਦੇ ਅੰਦਰ। ਕਿਹੜਾ section ਹੈ CRPC ਦਾ ਜਿਹੜਾ ਡੀਲ ਕਰਦਾ ਕਿ ਕਦੋਂ ਇੱਕ ਪੁਲਿਸ ਬਿਨਾਂ ਵਾਰੰਟ ਤੋਂ ਅਰੈਸਟ ਕਰ ਸਕਦੀ ਹੈ। ਇਸ ਟਾਈਪ ਦੇ ਸੈਕਸ਼ਨ ਪਿਛਲੇ ਸਾਲ ਵੀ ਆਏ ਸੀ ਪੇਪਰ 'ਚ, ਤੇ ਇਹ ਕਾਫੀ ਇੰਪੋਰਟੈਂਟ ਨੇ ਕਿਉਂਕਿ ਤੁਸੀਂ ਪੇਪਰ ਹੀ ਇਸ ਪੋਜੀਸ਼ਨ ਲਈ ਦੇਣ ਜਾ ਰਹੇ ਹੋ, ਪੁਲਿਸ ਨਾਲ ਰਿਲੇਟਡ ਹੈ। ਸੋ ਪੁਲਿਸ ਦੀਆਂ ਕੀ ਪਾਵਰਸ ਨੇ, ਕਿਵੇਂ ਉਹ ਅਰੈਸਟ ਕਰ ਸਕਦੇ ਨੇ, ਇਹ ਸਭ ਕੁਝ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਤੇ ਇਹਦੀ ਗੱਲ ਹੁੰਦੀ ਹੈ ਸੈਕਸ਼ਨ 41 ਦੇ ਅੰਦਰ CRPC। ਸੈਕਸ਼ਨ 61 ਕਿਸ ਚੀਜ਼ ਨਾਲ ਡੀਲ ਕਰਦਾ? ਸੈਕਸ਼ਨ 61 ਗੱਲ ਕਰਦਾ ਕਿ ਜਿਹੜੇ ਸੰਮਨ ਭੇਜਣੇ ਨੇ ਉਹਨਾਂ ਦਾ ਫਾਰਮ ਕਿਵੇਂ ਦਾ ਹੋਊਗਾ, ਉਹਦੇ 'ਚ ਕੀ ਲੱਗੂਗਾ। ਕਿਹੜਾ ਸੈਕਸ਼ਨ ਹੈ CRPC ਦਾ ਜਿਹੜਾ ਡਿਸਚਾਰਜ ਦੀ ਗੱਲ ਕਰਦਾ? ਸੋ ਉਹ ਹੈ ਸੈਕਸ਼ਨ 227। Which section of CRPC deals with sentence that High Court, Session Court may pass? ਹੁਣ ਹਾਈ ਕੋਰਟ ਸੈਸ਼ਨ ਜੱਜ ਨੇ ਜਿਹੜੇ ਹਰ ਤਰ੍ਹਾਂ ਦੀ ਸੈਂਟੈਂਸ ਨਹੀਂ ਦੇ ਸਕਦੇ, ਡੈਥ ਪੈਨਲਟੀ ਨਹੀਂ ਦੇ ਸਕਦੇ, ਜਾਂ ਕੁਝ ਇਹੋ ਜਿਹੇ ਡਿਸਟ੍ਰਿਕਟ ਕੋਰਟਸ ਹੁੰਦੀਆਂ ਨੇ ਜਿਹੜੀਆਂ ਇਸ ਟਾਈਪ ਦੀ ਡੈਥ ਪੈਨਲਟੀ ਨਹੀਂ ਦੇ ਸਕਦੀਆਂ, ਲਾਈਫ ਇੰਪ੍ਰਿਜ਼ਨਮੈਂਟ ਹੋ ਗਿਆ। ਸੋ ਇੱਕ ਲਿਮਿਟ ਹੁੰਦੀ ਆ ਈਵਨ ਅਮਾਉਂਟ ਵਿੱਚ ਵੀ ਕਿ ਕਿਸ ਅਮਾਉਂਟ ਤੱਕ ਦਾ ਫਾਈਨ ਦੇ ਸਕਦੇ ਨੇ, ਉਹਦੀ ਵੀ ਲਿਮਿਟ ਹੁੰਦੀ ਹੈ। ਸੋ ਜਿਹੜੀ ਇਹ ਲਿਮਿਟ ਤੈਅ ਕੀਤੀ ਹੋਈ ਹੈ ਸੈਂਟੈਂਸ ਦੀ, ਸਜ਼ਾ ਦੀ, ਹਾਈ ਕੋਰਟ ਤੇ ਸੈਸ਼ਨ ਜੱਜ ਦੀ, ਇਹਦੀ ਗੱਲ ਹੁੰਦੀ ਹੈ ਸੈਕਸ਼ਨ 28 ਦੇ ਅੰਦਰ। ਵਾਰੰਟ ਕੇਸ ਦਾ ਕੀ ਮਤਲਬ ਹੈ? ਵਾਰੰਟ ਕੇਸ ਕਿਸੇ ਨੂੰ ਅਰੈਸਟ ਕਰਨ ਦੇ ਲਈ ਵਾਰੰਟ ਉਦੋਂ ਜਾਰੀ ਕੀਤੇ ਜਾਂਦੇ ਨੇ ਜਦੋਂ ਜਾਂ ਤਾਂ ਜਿਹੜਾ ਅਪਰਾਧ ਹੈ ਉਹ ਪਨਿਸ਼ੇਬਲ ਹੋਵੇ ਡੈਥ ਦੇ ਨਾਲ, ਜਾਂ ਉਮਰ ਕੈਦ ਦੀ ਸਜ਼ਾ ਹੋਵੇ, ਜਾਂ 2 ਸਾਲ ਤੋਂ ਜ਼ਿਆਦਾ ਤੱਕ ਦਾ
ਸਜ਼ਾ ਹੋਵੇ ਇਹ ਜਿਹਾ ਅਪਰਾਧ ਕੀਤਾ ਹੈ। ਸੋ ਜਿੱਥੇ 2 ਸਾਲ ਤੱਕ ਤੋਂ ਘੱਟ ਦੀ ਸਜ਼ਾ ਵਾਲਾ ਅਪਰਾਧ ਕੀਤਾ ਹੈ ਉੱਥੇ ਵਾਰੰਟ ਛੇਤੀ ਨਹੀਂ ਇਸ਼ੂ ਕੀਤੇ ਜਾਂਦੇ। ਸੋ ਪਹਿਲਾਂ ਸਿੰਪਲੀ ਸੰਮਨ ਹੀ ਭੇਜੇ ਜਾਂਦੇ ਨੇ। ਸੋ ਵਾਰੰਟ ਕੇਸ ਦਾ ਮਤਲਬ ਹੈ ਉਹ ਕੇਸ ਜਿੱਥੇ ਸੰਮਨ ਤੋਂ ਇਲਾਵਾ ਸਿੱਧਾ ਵਾਰੰਟ ਜਾਰੀ ਕੀਤੇ ਜਾਂਦੇ ਨੇ, ਉੱਥੇ ਘੱਟੋ ਘੱਟ 2 ਸਾਲ ਤੱਕ ਦੀ ਸਜ਼ਾ ਹੋਊਗੀ ਅਪਰਾਧ ਦੀ ਤੇ ਜ਼ਿਆਦਾ ਤੋਂ ਜ਼ਿਆਦਾ ਹੋਊਗੀ ਡੈਥ। ਸੋ ਆਪਸ਼ਨ ਡੀ ਆਲ ਆਫ ਦੀ ਅਬਵ। ਨੈਕਸਟ ਹੈ ਐਡੀਸ਼ਨਲ ਸੈਸ਼ਨ ਜੱਜਿਸ ਨੂੰ ਕੌਣ ਅਪਾਇੰਟ ਕਰਦਾ? ਸੋ ਇਹਨਾਂ ਨੂੰ ਅਪਾਇੰਟ ਕਰਦੀ ਹੈ ਹਾਈ ਕੋਰਟ, ਆਪਸ਼ਨ ਬੀ। ਪ੍ਰੀਜ਼ਾਈਡਿੰਗ ਆਫੀਸਰਸ ਆਫ ਕੋਰਟਸ ਆਫ ਮੈਟਰੋਪੋਲੀਟਨ ਮੈਜਿਸਟ੍ਰੇਟ ਇਹਨਾਂ ਨੂੰ ਵੀ ਅਪਾਇੰਟ ਕਰਦੀ ਹੈ ਹਾਈ ਕੋਰਟ। ਇੰਡੀਅਨ ਐਵੀਡੈਂਸ ਐਕਟ ਨੂੰ ਕਿਹਨੇ ਡਰਾਫਟ ਕੀਤਾ ਸੀ? ਆਪਾਂ ਨੇ ਪਹਿਲਾਂ ਪੜ੍ਹਿਆ ਸੀ ਆਈਪੀਸੀ ਦੀ ਡਰਾਫਟਿੰਗ ਹੈਡ ਨੂੰ, ਉਹ ਸੀ ਲਾਰਡ ਮਕੌਲੇ। ਇੰਡੀਅਨ ਐਵੀਡੈਂਸ ਐਕਟ ਨੂੰ ਡਰਾਫਟ ਕੀਤਾ ਸੀ ਸਰ ਜੇਮਸ ਐਫ ਸਟੀਫਨ ਨੇ, ਆਪਸ਼ਨ ਬੀ। ਲਾਅ ਆਫ ਐਵੀਡੈਂਸ ਦੇ ਵਿੱਚ ਕੀ ਹੈ? ਸੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ, ਇਹਦੇ ਵਿੱਚ ਐਵੀਡੈਂਸ ਤੇ ਜੋ ਤੁਸੀਂ ਕੁਝ ਪ੍ਰੂਫ ਕਰਨਾ ਹੈ, ਕੋਈ ਸਬੂਤ ਰੱਖਣੇ ਨੇ, ਉਹਨਾਂ ਨੂੰ ਲੈ ਕੇ ਲੀਗਲ ਰੂਲਸ ਨੇ ਕਿ ਕਿਵੇਂ ਸਟੈਪ ਬਾय ਸਟੈਪ ਤੁਸੀਂ ਕੋਰਟ ਦੇ ਅੰਦਰ ਸਬੂਤਾਂ ਨੂੰ ਪੇਸ਼ ਕਰਨਾ ਹੈ। ਰੈਲੇਵੈਂਸੀ ਤੇ ਐਡਮਿਸਿਬਿਲਿਟੀ ਇੰਡੀਅਨ ਐਵੀਡੈਂਸ ਦੇ ਅੰਦਰ ਕੀ ਨੇ? ਸੋ ਇੱਕ ਚੀਜ਼ ਕਹੀ ਜਾਂਦੀ ਹੈ ਕਿ ਹਰ ਕੋਈ ਜੋ ਵੀ ਰੈਲੇਵੈਂਟ ਐਵੀਡੈਂਸ ਹੈ, ਸਬੂਤ ਹੈ, ਜ਼ਰੂਰੀ ਨਹੀਂ ਕਿ ਉਹ ਤੁਹਾਡੇ ਉੱਥੇ ਕੋਰਟ ਦੇ ਵਿੱਚ ਤੁਸੀਂ ਉਹਨੂੰ ਦਾਖਲ ਕਰਾਉਣਾ ਹੀ ਕਰਾਉਣਾ। ਐਡਮਿਸਿਬਲ ਕਿਹੜਾ ਕੋਰਟ ਦੇ ਅਨੁਸਾਰ, ਲਾਅ ਦੇ ਅਨੁਸਾਰ ਤੁਸੀਂ ਪੇਸ਼ ਕਰ ਸਕਦੇ ਹੋ। ਸੋ ਇਹ ਦੋ ਜਿਹੜੀਆਂ ਚੀਜ਼ਾਂ ਨੇ ਨਾ ਤਾਂ ਆਪਸ ਦੇ ਵਿੱਚ ਸੇਮ ਨੇ ਨਾ ਹੀ ਇਕੱਠੀਆਂ ਚੱਲਦੀਆਂ ਨੇ। ਸੋ ਨੀਦਰ synonymous nor coextensive। Indian Evidence Act applies to, so very simple, ਇਹ judicial proceeding ਉੱਤੇ apply ਹੁੰਦਾ, ਨਾ arbitration ਨਾ ਹੀ ਕਿਸੇ tribunal ਦੇ ਵਿੱਚ apply ਹੁੰਦਾ ਹੈ। Indian Evidence Act ਸਿਰਫ ਔਰ ਸਿਰਫ ਜੋ ਅਸਲੀ courts ਦੇ ਅੰਦਰ judicial proceeding ਚੱਲਦੀ ਹੈ ਉੱਥੇ apply ਹੁੰਦਾ ਹੈ। Law of evidence ਕੀ ਹੈ? So this is lex fori, option B। lex fori ਦਾ ਮਤਲਬ ਹੈ law of country ਜਿੱਥੇ ਕੋਈ ਅਪਰਾਧ ਹੋਇਆ। law of evidence ਕੀ ਹੈ? ਸੋ ਇੱਕ adjective law ਹੈ, adjective ਦਾ ਮਤਲਬ ਹੁੰਦਾ ਹੈ procedural। CRPC ਹੋ ਗਿਆ, evidence ਦੋਨੋਂ procedure ਦੱਸਦੇ ਨੇ ਕਿ ਕਿਵੇਂ ਸਬੂਤ ਪੇਸ਼ ਹੋਣਗੇ, ਕਿਵੇਂ ਅਪਰਾਧੀ ਨੂੰ ਕੋਰਟ ਤੱਕ ਲੈ ਕੇ ਜਾਇਆ ਜਾਊਗਾ। substantive law ਹੈ IPC, ਜਿਹਦੇ ਅੰਦਰ ਸਿੱਧਾ ਅਪਰਾਧ ਕੀ ਹੈ, ਉਹਦੀ ਸਜ਼ਾ ਕਿੰਨੀ ਹੈ, ਸਿਰਫ ਇਹ ਚੀਜ਼ ਲਿਖੀ ਹੁੰਦੀ ਹੈ। ਸੋ procedural ਤੇ adjective ਇੱਕੋ ਗੱਲ। relevancy ਕੀ ਹੈ? Relevancy is a question of law ਤੇ ਕਿਸੇ ਸਮੇਂ ਵੀ ਕੋਰਟ ਦੇ ਅੰਦਰ ਇੱਕ ਕੁਐਸਚਨ ਉਠਾਇਆ ਜਾ ਸਕਦਾ ਕਿ ਜੋ ਐਵੀਡੈਂਸ ਲੈ ਕੇ ਆਏ ਹੋ ਕੀ ਉਹ ਰੈਲੇਵੈਂਟ ਹੈ। ਸੋ ਆਪਸ਼ਨ A, which of the following document are not admissible in evidence? ਸੋ ਜੋ ਡਾਕੂਮੈਂਟ ਗਲਤ ਤਰੀਕੇ ਨਾਲ ਪ੍ਰੋਕਿਊਰ ਕੀਤੇ ਨੇ, ਇਲੀਗਲ ਮੀਨਸ ਨਾਲ ਪ੍ਰੋਕਿਊਰ ਕੀਤੇ ਨੇ, ਉਹਨਾਂ ਨੂੰ ਤੁਸੀਂ ਕੋਰਟ ਵਿੱਚ ਨਹੀਂ ਲੈ ਕੇ ਜਾ ਸਕਦੇ, ਉਹ ਐਡਮਿਸਿਬਲ ਨਹੀਂ ਹੋਣਗੇ। So option D, ਨਾ ਤਾਂ A ਨਾ ਫਿਰ B। Facts which form part of same transaction are relevant. So ਉਹ ਹੁੰਦੇ ਨੇ relevant section 6 ਦੇ ਅਨੁਸਾਰ, option B। Section 15 ਜਿਹੜਾ ਇੰਡੀਅਨ ਐਵੀਡੈਂਸ ਐਕਟ ਦਾ ਡੀਲ ਕਰਦਾ particular application of the general principle। So ਜਿਹੜਾ general principle section 14 ਦੇ ਅੰਦਰ ਹੈ ਉਹਦਾ ਹੀ ਅੱਗੇ extended version ਦਿੱਤਾ ਹੁੰਦਾ ਹੈ section 15 ਐਵੀਡੈਂਸ ਐਕਟ ਦੇ ਅੰਦਰ। Next ਇੱਕ ਕੇਸ ਬਾਰੇ ਪੁੱਛਿਆ ਹੋਇਆ। ਕੇਸਿਸ ਨੂੰ ਲੈ ਕੇ ਇੰਪੋਰਟੈਂਟ ਲੈਂਡਮਾਰਕ ਜਜਮੈਂਟਸ ਨੂੰ ਲੈ ਕੇ ਪਿਛਲੀ ਵਾਰ ਵੀ ਕੁਐਸਚਨ ਆਏ ਸੀ, ਐਵੀਡੈਂਸ ਐਕਟ ਚੋਂ ਵੀ ਆਏ ਸੀ, ਦੈਨ ਆਈਪੀਸੀ ਚੋਂ ਆਏ ਸੀ, ਸੀਆਰਪੀਸੀ ਚੋਂ ਆਏ ਸੀ। ਸੋ ਹੁਣ ਆਪਾਂ ਇੱਕ ਵਾਰੀ ਫੈਕਟਸ ਦੇਖ ਲੈਂਦੇ ਆ। Independent witness turning disloyal to the prosecution is not a novel phenomenon. Courts are not unfamiliar with such dishonest person. ਕੋਈ ਗਵਾਹ on the spot ਮੁੱਕਰ ਜਾਂਦੇ ਨੇ, ਆਪਣੀ ਜੋ ਸਟੇਟਮੈਂਟ ਲਈ ਹੁੰਦੀ ਹੈ ਉਹਦੇ ਤੋਂ ਮੁੱਕਰ ਜਾਂਦੇ ਨੇ, ਜਾਂ ਕਈ ਵਾਰ ਉਹਨਾਂ ਨੂੰ ਦੂਜੀ ਪਾਰਟੀ ਪੈਸੇ ਖਵਾ ਦਿੰਦੀ ਹੈ, ਸੋ ਜਾਂ ਡਰਾ ਧਮਕਾ ਦਿੰਦੀ ਹੈ। ਸੋ ਕੋਰਟ ਲਈ ਇਹ ਚੀਜ਼ਾਂ ਕੋਈ ਨਵੀਆਂ ਨਹੀਂ ਹੈ, ਇਹ ਨਹੀਂ ਕਿ ਕੋਰਟ ਨੂੰ ਪਤਾ ਨਹੀਂ ਹੈ, ਕੋਰਟ ਨੂੰ ਇਹ ਆਮ ਡੇਲੀ ਰੂਟੀਨ ਦੀ ਗੱਲ ਆ ਕਿ ਗਵਾਹ ਆਉਂਦੇ ਨੇ, ਮੁੱਕਰਦੇ ਨੇ। Courts may often come across such witness who turn out to be cunning performer। ਜੋ ਚਲਾਕ ਬਣਨ ਦੀ ਕੋਸ਼ਿਸ਼ ਕਰਦੇ ਨੇ, ਕੋਰਟ ਨੂੰ ਉਹਨਾਂ ਦਾ ਵੀ ਪਤਾ ਹੁੰਦਾ ਹੈ ਵਿਟਨੈਸ ਬਾਕਸ ਦੇ ਅੰਦਰ। Hostility exhibited by such witness cannot throw overboard a prosecution। In which of the following case it was held that if the testimony of official witness is blemishless and free from suspicion and inspire confidence, the hostility shown by ill-motivated independent witness is of no consequence। ਸੋ ਕਿਹੜਾ ਕੇਸ ਹੈ ਜਿਹਦੇ ਵਿੱਚ ਕੋਰਟ ਨੇ ਇਹ ਕਿਹਾ ਸੀ
कि मान लो दो विटनेस ने, दो गवाह ने, एक है मेन विटनेस ਜਿਹੜਾ ਸਿੱਧਾ ਸਿੱਧਾ ਕੇਸ ਨਾਲ ਰਿਲੇਟਡ ਹੈ ਤੇ ਕੋਰਟ ਨੂੰ ਉਹਦੀ ਗਵਾਹੀ ਤੇ ਪੂਰਾ ਭਰੋਸਾ ਹੈ, ਕੋਰਟ ਪੂਰੀ ਸੈਟੀਸਫਾਈਡ ਹੈ। ਇੱਕ ਹੋਰ ਇੰਡੀਪੈਂਡੈਂਟ ਵਿਟਨੈਸ ਹੈ ਜਿਹੜਾ ਵੀਕ ਵਿਟਨੈਸ ਹੈ, ਜਿਹੜਾ ਬਾਅਦ ਵਿੱਚੋਂ ਆਪਣੀ ਸਟੇਟਮੈਂਟ ਤੋਂ ਮੁੱਕਰ ਗਿਆ। ਹੁਣ ਕਿਹੜਾ ਕੇਸ ਹੈ ਜਿੱਥੇ ਕੋਰਟ ਇਹ ਕਹਿੰਦੀ ਹੈ ਕਿ ਚਾਹੇ ਇੰਡੀਪੈਂਡੈਂਟ ਵਿਟਨੈਸ ਆਪਣੀ ਸਟੇਟਮੈਂਟ ਤੋਂ ਮੁੱਕਰ ਗਿਆ, ਜੇ ਇੱਕ ਵੀ ਗਵਾਹ ਕੋਰਟ ਨੂੰ ਸਹੀ ਲੱਗਦਾ ਤਾਂ ਪ੍ਰੋਸੀਕਿਊਸ਼ਨ ਹੋ ਸਕਦੀ ਹੈ, ਕੇਸ ਅੱਗੇ ਵਧਾਇਆ ਜਾ ਸਕਦਾ ਹੈ ਉਸਦੀ ਗਵਾਹੀ ਦੇ ਆਧਾਰ ਤੇ। ਸੋ ਇਹ ਗੱਲ ਕਹੀ ਸੀ ਕੋਰਟ ਨੇ ਅਬਦੁਲ ਰਸ਼ੀਦ ਵਰਸਸ ਸਟੇਟ ਆਫ ਕੇਰਲਾ 2008 ਦੇ ਕੇਸ ਵਿੱਚ। ਨੈਕਸਟ ਹੈ ਪਬਲਿਕ ਕੰਪਨੀ ਨੂੰ ਰਜਿਸਟਰ ਕਰਨ ਦੇ ਲਈ ਘੱਟੋ ਘੱਟ ਕਿੰਨੇ ਮੈਂਬਰ ਚਾਹੀਦੇ ਨੇ। ਸੋ ਕੰਪਨੀਜ਼ ਐਕਟ 2013 ਦੇ ਅਨੁਸਾਰ ਪਹਿਲਾਂ 1956 ਚ ਆਇਆ ਸੀ, ਫਿਰ ਉਹ ਚ ਅਮੈਂਡਮੈਂਟ ਕਰਕੇ 2013 ਦਾ ਐਕਟ ਆਇਆ। ਘੱਟੋ ਘੱਟ ਪਬਲਿਕ ਕੰਪਨੀ ਲਈ 7 ਮੈਂਬਰ ਚਾਹੀਦੇ ਨੇ। ਮੈਮੋਰੈਂਡਮ ਆਫ ਕੰਪਨੀ ਦਾ ਕਿਹੜਾ ਸੈਕਸ਼ਨ ਹੈ? ਸੋ ਕੰਪਨੀਜ਼ ਐਕਟ ਦਾ ਸੈਕਸ਼ਨ 4 ਡੀਲ ਕਰਦਾ ਮੈਮੋਰੈਂਡਮ ਦੇ ਨਾਲ। Company shall furnish to registrar verification of its registered office within a period of dash of its incorporation। ਜਦੋਂ ਕਿਸੇ ਨੇ ਕੰਪਨੀ ਤਿਆਰ ਕਰ ਲਈ, ਕਿੰਨੇ ਦਿਨਾਂ ਦੇ ਅੰਦਰ ਅੰਦਰ ਕੰਪਨੀ ਨੂੰ ਰਜਿਸਟਰਾਰ ਦੇ ਕੋਲ ਆਪਣੇ ਰਜਿਸਟਰਡ ਆਫਿਸ ਦੀ ਵੈਰੀਫਿਕੇਸ਼ਨ ਕਰਵਾਉਣ ਦੇ ਲਈ ਡਾਕੂਮੈਂਟਸ ਜਮ੍ਹਾਂ ਕਰਵਾਉਣੇ ਪੈਂਦੇ ਨੇ। ਸੋ ਉਹ ਹੈ 30 ਦਿਨਾਂ ਦੇ ਅੰਦਰ ਅੰਦਰ ਆਪਸ਼ਨ ਸੀ। ਡਾਊਰੀ ਪ੍ਰੋਹਿਬਿਸ਼ਨ ਐਕਟ 1961 ਦੇ ਅਨੁਸਾਰ ਜੇ ਕੋਈ ਡੌਰੀ ਦਹੇਜ ਦੇ ਰਿਹਾ, ਲੈ ਰਿਹਾ, ਡਿਮਾਂਡ ਕਰ ਰਿਹਾ, ਐਕਸੈਪਟ ਕਰ ਰਿਹਾ, ਸਜ਼ਾ ਕਿੰਨੀ ਹੋਊਗੀ? ਸੋ ਉੱਥੇ ਜਿਹੜਾ ਪੁਰਾਣਾ ਇਹ 1961 ਵਾਲਾ ਐਕਟ ਹੈ, ਤੁਹਾਨੂੰ ਪਿਛਲੇ ਲੈਕਚਰ ਦੇ ਅੰਦਰ ਮੈਂ ਲੇਟੈਸਟ ਅਪਡੇਟਡ ਜੋ ਅਮੈਂਡਮੈਂਟ ਤੋਂ ਬਾਅਦ ਸਜ਼ਾ ਹੈ ਉਹ ਦੱਸੀ ਸੀ। ਸੋ ਉਰੇ ਹੈ ਵਿਦਆਊਟ ਅਮੈਂਡਮੈਂਟ 1961 ਐਕਟ ਦੇ ਅਨੁਸਾਰ ਸਜ਼ਾ ਸੀ 6 ਮਹੀਨੇ ਤੱਕ ਦੀ ਜੇਲ੍ਹ ਜਾਂ 5000 ਤੱਕ ਦਾ ਫਾਈਨ। ਅਕੋਰਡਿੰਗ ਟੂ ਸੈਕਸ਼ਨ 304B IPC ਜੇ ਕੋਈ ਔਰਤ ਅਬਨੋਰਮਲ ਸਰਕਮਸਟੈਂਸ ਦੇ ਅੰਦਰ ਡੈਥ ਹੋ ਜਾਂਦੀ ਹੈ X ਈਅਰ, X ਹੈ ਉਰੇ ਕੁਐਸਚਨ ਮਾਰਕ, ਕਿੰਨੇ ਸਾਲ ਦੇ ਅੰਦਰ ਅੰਦਰ ਵਿਆਹ ਤੋਂ ਜੇ ਕਿਸੇ ਔਰਤ ਦੀ ਅਬਨੋਰਮਲ ਸਰਕਮਸਟੈਂਸ ਮਤਲਬ ਕੋਈ ਨੈਚੁਰਲ ਡੈਥ ਨਹੀਂ ਹੋ ਰਹੀ, ਇਹ ਨਹੀਂ ਕਿ ਹਾਰਟ ਅਟੈਕ ਹੋ ਗਿਆ ਜਾਂ ਕੋਈ ਹੋਰ ਨੈਚੁਰਲ ਡੈਥ ਹੋ ਗਈ, ਕੋਈ ਲੰਬੇ ਸਮੇਂ ਤੋਂ ਬਿਮਾਰੀ ਚੱਲ ਰਹੀ ਸੀ, ਜੇ ਕੋਈ ਸ਼ੱਕੀ ਹਾਲਾਤਾਂ ਦੇ ਵਿੱਚ ਅਬਨੋਰਮਲ ਸਰਕਮਸਟੈਂਸਿਸ ਦੇ ਵਿੱਚ ਡੈਥ ਹੋ ਰਹੀ ਹੈ ਵਿਆਹ ਤੋਂ ਕਿੰਨੇ ਸਾਲ ਦੇ ਬਾਅਦ, ਤਾਂ ਉਸ ਡੈਥ ਨੂੰ ਡਾਊਰੀ ਡੈਥ ਮੰਨਿਆ ਜਾਊਗਾ, ਦਹੇਜ ਕਰਕੇ ਹੋਈ ਡੈਥ। ਸੋ ਉਹ ਹੈ ਵਿਆਹ ਤੋਂ 7 ਸਾਲ ਦੇ ਅੰਦਰ ਅੰਦਰ ਆਪਸ਼ਨ ਸੀ। ਸੈਕਸ਼ਨ 498A ਹੈ ਜਿਹੜਾ IPC ਦਾ, ਇਹ ਗੱਲ ਕਰਦਾ any cruelty for dowry to a woman by husband or his relative is ਜੇ ਕੋਈ ਕਿਸੇ ਨਾਲ ਕ੍ਰੂਐਲਿਟੀ ਕਰਦਾ, ਮੈਂਟਲ ਹਰਾਸਮੈਂਟ, ਫਿਜ਼ੀਕਲੀ ਕੋਈ ਮਾਰਦਾ ਜਾਂ ਧਮਕਾਉਂਦਾ ਦਹੇਜ ਪਿੱਛੇ ਕਿਸੇ ਔਰਤ ਨੂੰ, ਚਾਹੇ ਉਹ ਉਸ ਔਰਤ ਦਾ ਪਤੀ ਹੈ ਜਾਂ ਉਹਦੇ ਕੋਈ ਰਿਸ਼ਤੇਦਾਰ ਨੇ, ਤਾਂ ਸੈਕਸ਼ਨ 498A ਦੇ ਅਨੁਸਾਰ ਇਸ ਧਾਰਾ ਦੇ ਅਨੁਸਾਰ ਸਜ਼ਾ ਕਿੰਨੀ ਮਿਲੂ? ਸੋ ਸਜ਼ਾ ਮਿਲੂਗੀ 3 ਸਾਲ ਤੱਕ ਦੀ ਜੇਲ੍ਹ ਤੇ ਫਾਈਨ, ਤੇ ਇਹ ਇੱਕ ਨਾਨ ਬੇਲੇਬਲ ਅਫੈਂਸ ਹੈ, ਬੇਲ ਨਹੀਂ ਮਿਲੂਗੀ ਸਹੁਰਿਆਂ ਨੂੰ। Following establishment in which 10 or more employees are employed is not covered for maternity benefit। So ਇਹ ਸਾਰੀਆਂ ਹੀ covered ਨੇ ਤੇ right answer ਹੈ D, none of the above। Maternity benefit ਨੀਚੇ ਦਿੱਤੀਆਂ ਗਈਆਂ ਕਿਹੜੀਆਂ? So the answer again is option C, none of the above। Next ਹੈ ਜ਼ੁਬੀਨਾ, ਇੱਕ ਟੈਂਪਰੇਰੀ ਆਫਿਸ ਸਟਾਫ ਦੇ ਤੌਰ ਤੇ ਕੰਮ ਕਰ ਰਹੀ ਸੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਪਿਛਲੇ 8 ਮਹੀਨਿਆਂ ਤੋਂ। ਅਨਫੋਰਚੂਨੇਟਲੀ ਉਹਦਾ ਮਿਸਕੈਰੇਜ ਹੋਇਆ ਤੇ ਉਹਨੇ 4 ਹਫ਼ਤਿਆਂ ਦੀ ਛੁੱਟੀ ਲਈ। ਮੈਟਰਨਿਟੀ ਬੈਨੀਫਿਟ ਐਕਟ ਦੇ ਅਨੁਸਾਰ ਇਸ ਪੀਰੀਅਡ ਦੇ ਲਈ ਕੀ ਉਹਨੂੰ ਛੁੱਟੀ ਮਿਲੂਗੀ? ਸੋ ਆਨਸਰ ਇਜ਼ ਯੈਸ, ਲੀਵ ਵੀ ਮਿਲੂਗੀ ਤੇ ਨਾਲ ਫੁੱਲ ਵੇਜ ਵੀ ਮਿਲੂਗੀ, ਆਪਸ਼ਨ ਬੀ। What are the minimum and maximum punishment for a person convicted of raping a woman who has never been his wife? So minimum ਹੈ ਘੱਟੋ ਘੱਟ ਹੈ 7 ਸਾਲ, ਜ਼ਿਆਦਾ ਤੋਂ ਜ਼ਿਆਦਾ ਡੈਥ ਸੈਂਟੈਂਸ ਵੀ ਦਿੱਤੀ ਜਾ ਸਕਦੀ ਹੈ in case of rape, option A। Punishment for a person convicting of voyeurism on the first offense। So ਉੱਥੇ ਹੈ 1 ਸਾਲ ਤੋਂ 3 ਸਾਲ ਤੱਕ ਦੀ ਜੇਲ੍ਹ। Punishment for stalking a woman on the first offense। ਪਹਿਲੀ ਵਾਰੀ ਜੇ ਤੁਸੀਂ ਕਿਸੇ ਨੂੰ ਸਟਾਕ ਕਰ ਰਹੇ ਹੋ ਤਾਂ ਤੁਹਾਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। In which of the following cases Supreme Court gave legal recognition to third gender? ਹੁਣ ਜਿਹੜੇ ਮੈਂ ਤੁਹਾਨੂੰ ਅੱਗੇ ਕੇਸ ਕਰਵਾਉਣ ਜਾ ਰਹੀ ਹਾਂ, these are very very important for exam। So third genders ਨੂੰ recognize ਕੀਤਾ ਗਿਆ ਸੀ ਨਾਲਸਾ ਵਰਸਸ ਯੂਨੀਅਨ ਆਫ ਇੰਡੀਆ ਕੇਸ ਦੇ ਅੰਦਰ, ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਵਰਸਸ ਯੂਨੀਅਨ ਆਫ ਇੰਡੀਆ।
ਕਿਹੜੇ ਕੇਸ ਦੇ ਵਿੱਚ 42ਵੀਂ ਅਮੈਂਡਮੈਂਟ ਨੂੰ ਡਿਕਲੇਅਰ ਕੀਤਾ ਸੀ ਨਲ ਐਂਡ ਵੋਇਡ ਬਾय ਸੁਪਰੀਮ ਕੋਰਟ? ਸੋ ਉਹ ਸੀ ਮਿਨਰਵਾ ਮਿਲ ਵਰਸਸ ਯੂਨੀਅਨ ਆਫ ਇੰਡੀਆ। ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਦੇ ਬੇਸਿਕ ਸਟਰਕਚਰ ਡਾਕਟ੍ਰਿਨ ਦੀ ਗੱਲ ਕਿਹੜੇ ਕੇਸ ਚੋਂ ਨਿਕਲ ਕੇ ਆਉਂਦੀ ਹੈ? ਸੋ ਦ ਕੇਸ ਇਜ਼ ਕੇਸ਼ਵ ਨੰਦਾ ਭਾਰਤੀ ਵਰਸਸ ਸਟੇਟ ਆਫ ਕੇਰਲਾ and this is one of the most repetitive question. Which case laid the guidelines for sexual harassment at workplace? So it is Vishakha versus state of Rajasthan. ਕਿਹੜਾ ਲੈਂਡਮਾਰਕ ਕੇਸ ਸੀ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਹਿੰਦੂ ਮੈਨ ਦੀ ਦੂਜੀ ਮੈਰਿਜ ਇਨਵੈਲਿਡ ਹੈ ਚਾਹੇ ਉਹਨੇ ਵਿਆਹ ਤੋਂ ਪਹਿਲਾਂ ਆਪਣਾ ਧਰਮ ਬਦਲ ਲਿਆ ਇਸਲਾਮ ਵਿੱਚ? ਸੋ ਉਹ ਹੈ ਕੇਸ ਸਰਲਾ ਮੁਦਗਿਲ ਵਰਸਸ ਯੂਨੀਅਨ ਆਫ ਇੰਡੀਆ, ਕਿਉਂਕਿ ਹਿੰਦੂ ਲਾਅ ਦੇ ਅੰਦਰ ਬਿਗੇਮੀ ਕੀ ਹੈ? ਇੱਕ ਆਫੈਂਸ ਹੈ। ਕਿਹੜਾ ਲੈਂਡਮਾਰਕ ਲੀਗਲ ਕੇਸ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜੋ ਸੰਵਿਧਾਨ ਦਾ ਪ੍ਰੀਐਂਬਲ ਹੈ ਉਹ ਸੰਵਿਧਾਨ ਦਾ ਹਿੱਸਾ ਨਹੀਂ ਹੈ? ਸੋ ਪ੍ਰੀਐਂਬਲ ਇਜ਼ ਨਾਟ ਅ ਪਾਰਟ ਆਫ ਇੰਡੀਅਨ ਕਨਸਟੀਟਿਊਸ਼ਨ। ਦਿਸ ਹੈਜ਼ ਬੀਨ ਹੈਲਡ ਇਨ ਰੀ ਬੈਰੂਬੇਰੀ ਯੂਨੀਅਨ ਕੇਸ। In which landmark legal case Supreme Court held that Parliament has the right to amend fundamental rights enshrined in the Constitution? So ਇਹ ਕਿਹਾ ਗਿਆ ਸੀ ਸ਼ੰਕਰੀ ਪ੍ਰਸਾਦ versus Union of India ਤੇ ਇਹ ਕੇਸ ਵੀ ਪੇਪਰ 'ਚ ਬਹੁਤ ਵਾਰੀ ਪੁੱਛਿਆ ਗਿਆ। Next landmark case ਹੈ fundamental rights were considered inviolable part. ਸੰਵਿਧਾਨ ਦੇ ਅੰਦਰ ਜੋ ਤੁਹਾਨੂੰ fundamental right ਦੇਤੇ ਉਹ ਕਦੇ ਵੀ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ, inviolable ਨੇ, ਕੋਈ ਵਾਇਲੇਟ ਨਹੀਂ ਕਰ ਸਕਦਾ। ਇਹ ਗੱਲ ਕਹੀ ਹੈ ਗੋਲਕਨਾਥ ਵਰਸਸ ਸਟੇਟ ਆਫ ਪੰਜਾਬ ਕੇਸ। ਕਿਹੜਾ ਲੈਂਡਮਾਰਕ ਕੇਸ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਜੁਡੀਸ਼ੀਅਲ ਰਿਵਿਊ ਦੀ ਜਿਹੜੀ ਹਾਈ ਕੋਰਟ ਨੂੰ ਪਾਵਰ ਦਿੱਤੀ ਹੋਈ ਹੈ ਆਰਟੀਕਲ 226 ਦੇ ਅੰਦਰ ਰਿਟ ਦੀ ਫਾਰਮ 'ਚ ਤੇ ਸੁਪਰੀਮ ਕੋਰਟ ਦੇ ਅੰਦਰ ਆਰਟੀਕਲ 32, ਇਹ ਦੋਨੋਂ ਸੰਵਿਧਾਨ ਦਾ ਇੱਕ ਅਹਿਮ ਹਿੱਸਾ ਨੇ, ਇੰਟੈਗਰਲ ਤੇ ਐਸੈਂਸ਼ੀਅਲ ਫੀਚਰ ਨੇ। ਸੋ ਇਹ ਕਿਹਾ ਗਿਆ ਸੀ ਚੰਦਰ ਕੁਮਾਰ ਵਰਸਸ ਯੂਨੀਅਨ ਆਫ ਇੰਡੀਆ ਕੇਸ। ਨਾਰਕੋ ਐਨਾਲਿਸਿਸ ਪੋਲੀਗ੍ਰਾਫ ਟੈਸਟ ਬਿਨਾ ਮਰਜ਼ੀ ਤੋਂ ਅਕਿਊਜ਼ ਦੇ ਤੁਸੀਂ ਕਰਵਾ ਸਕਦੇ ਹੋ? ਆਨਸਰ ਇਜ਼ ਬਿਗ ਨੋ। ਕੋਈ ਵੀ ਕੇਸ ਹੈ ਬਿਨਾ ਕੰਸੈਂਟ ਤੋਂ ਨਾਰਕੋ ਐਨਾਲਿਸਿਸ ਨਹੀਂ ਹੋ ਸਕਦਾ। DPSP is conscious of constitution which embody the social philosophy of constitution. ਇਹ ਸਟੇਟਮੈਂਟ ਦਿੱਤੀ ਸੀ ਗ੍ਰੈਨਵਿਲੇ ਆਸਟਿਨ ਨੇ, ਆਪਸ਼ਨ ਏ। ਕਿਹੜਾ ਇੰਪੋਰਟੈਂਟ ਲੈਂਡਮਾਰਕ ਕੇਸ ਹੈ ਜਿਹਦੇ ਵਿੱਚ ਪਹਿਲੀ ਕਨਵਿਕਸ਼ਨ ਹੋਈ ਸੀ IT ਐਕਟ ਦੀ? ਸੋ ਇਟ ਵਾਸ ਤਮਿਲਨਾਡੂ ਵਰਸਸ ਸੁਹਾਸ ਕੁੱਟੀ ਕੇਸ। ਹੋਮਿਸਾਈਡ ਦਾ ਕੀ ਮਤਲਬ ਹੈ? ਹੋਮਿਸਾਈਡ ਦਾ ਮਤਲਬ ਹੈ ਸਿੰਪਲ ਭਾਸ਼ਾ ਦੇ ਵਿੱਚ ਜਦੋਂ ਕੋਈ ਇਨਸਾਨ ਨੂੰ ਮਾਰੇ, ਡੈਥ ਆਫ ਅ ਹਿਊਮਨ ਬੀਇੰਗ ਔਰ ਡੈਥ ਕਾਜ਼ਡ ਬਾय a man of a man. Mercy killing ਨੂੰ ਆਪਾਂ euthanasia ਵੀ ਕਹਿੰਦੇ ਆ, ਆਪਸ਼ਨ ਏ। ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਬਿਨਾਂ ਦਰਦ ਵਾਲੀ, ਪੇਨ ਵਾਲੀ ਮੌਤ, ਜਾਂ ਫਿਰ ਇੱਛਾ ਨਾਲ ਕਿਸੇ ਨੂੰ ਮਾਰਨਾ, ਕਿਸੇ ਦੀ ਆਪਣੀ ਇੱਛਾ ਨਾਲ। A right available against world at large, ਉਸ ਨੂੰ ਕਹਿੰਦੇ ਆਪਾਂ right in rem. Free legal aid for an accused, ਇਹ ਆਰਟੀਕਲ 39A ਦੇ ਅੰਦਰ ਦਿੱਤੀ ਹੋਈ ਹੈ ਸੰਵਿਧਾਨ ਵਿੱਚ, ਤੇ ਆਰਟੀਕਲ 39A ਇੱਕ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈ। ਮਿਨਿਸਟਰਸ ਨੂੰ ਪੋਰਟਫੋਲੀਓਜ਼ ਕੌਣ ਐਲੋਕੇਟ ਕਰਦਾ ਹੈ? ਸੋ ਉਹਨੇ ਪ੍ਰਾਈਮ ਮਿਨਿਸਟਰ, ਆਪਸ਼ਨ ਏ। ਤੇ ਆਪਾਂ ਗੱਲ ਕਰ ਰਹੇ ਹਾਂ ਸੈਂਟਰ ਦੀ ਸਰਕਾਰ ਦੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੀ। ਵੈਦਰ ਅ ਬਿੱਲ ਇਜ਼ ਅ ਮਨੀ ਬਿੱਲ ਔਰ ਨਾਟ, ਇਹਦਾ ਸਰਟੀਫਿਕੇਟ ਕੌਣ ਦਿੰਦਾ ਤੇ ਕਿਹਦਾ ਡਿਸੀਜਨ ਫਾਈਨਲ ਹੁੰਦਾ ਇਸ ਬਿੱਲ ਉੱਤੇ? ਸੋ ਕੋਈ ਬਿੱਲ ਮਨੀ ਬਿੱਲ ਹੈ, ਫਾਈਨੈਂਸ਼ੀਅਲ ਬਿੱਲ ਹੈ, ਆਰਡੀਨਰੀ ਬਿੱਲ ਹੈ, ਇਸ ਚੀਜ਼ ਦੀ ਪੁਸ਼ਟੀ ਕਰਦੇ ਆ ਜੋ ਲੋਕ ਸਭਾ ਦੇ ਸਪੀਕਰ ਹੁੰਦੇ ਆ, ਆਪਸ਼ਨ ਸੀ, ਕਿਉਂਕਿ ਮਨੀ ਬਿੱਲ ਪਹਿਲਾਂ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾਂਦਾ। ਸੋ ਆਪਸ਼ਨ ਸੀ। Who of the following cannot claim maintenance under section 125(4) of CRPC? ਸੋ ਦੋ ਐਕਸੈਪਸ਼ਨਸ ਨੇ, ਜੇ ਵਾਈਫ ਐਡਲਟਰੀ ਚ ਰਹਿ ਰਹੀ ਹੈ, ਕਿਸੇ ਹੋਰ ਦੇ ਨਾਲ ਉਹਦਾ ਕੋਈ ਰਿਲੇਸ਼ਨ ਹੈ, ਜਾਂ ਆਪਣੀ ਮਰਜ਼ੀ ਨਾਲ ਹਸਬੈਂਡ ਤੋਂ ਅਲੱਗ ਹੋਈ ਹੈ ਮਿਊਚੁਅਲ ਕੰਸੈਂਟ ਦੇ ਨਾਲ, ਤਾਂ ਇਹਨਾਂ ਦੋਨਾਂ ਕੇਸਿਸ ਦੇ ਵਿੱਚ CRPC ਦੇ ਅਨੁਸਾਰ ਵਾਈਫ ਨੂੰ ਮੇਨਟੇਨੈਂਸ ਨਹੀਂ ਮਿਲੂਗੀ, ਆਪਸ਼ਨ ਸੀ both A and B. When a search is required to be conducted outside India, a criminal court may under section 166A of CRPC issue. ਜਦੋਂ ਭਾਰਤ ਤੋਂ ਬਾਹਰ ਕੋਈ ਸਰਚ ਕੰਡਕਟ ਕਰਵਾਉਣੀ ਹੁੰਦੀ ਆ ਤਾਂ ਕ੍ਰਿਮੀਨਲ ਕੋਰਟ 166A CRPC ਦੇ ਅੰਦਰ ਇੱਕ ਲੈਟਰ ਆਫ ਰਿਕੁਐਸਟ ਇਸ਼ੂ ਕਰਦੇ ਨੇ, ਆਪਸ਼ਨ ਸੀ, ਦੂਜੀ ਕੰਟਰੀ ਨੂੰ ਜਿਹੜੇ ਦੇਸ਼ ਵਿੱਚ ਸਰਚ ਕਰਵਾਉਣੀ ਹੁੰਦੀ ਹੈ। ਐਂਟੀਸਪੇਟਰੀ ਬੇਲ ਦੀ ਐਪਲੀਕੇਸ਼ਨ ਕਿੱਥੇ ਦਾਖਲ ਕੀਤੀ ਜਾ ਸਕਦੀ ਹੈ? ਐਂਟੀਸਪੇਟਰੀ ਬੇਲ ਜਿਹਨੂੰ ਆਪਾਂ ਅਗਾਊਂ ਜ਼ਮਾਨਤ ਕਹਿ ਦਿੰਦੇ ਆ। ਸੋ ਤੁਸੀਂ ਅੱਜ ਕੱਲ੍ਹ ਜੇ ਨਿਊਜ਼ ਵੀ ਦੇਖ ਰਹੇ ਹੋਵੋਗੇ ਤਾਂ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਮਿਨਿਸਟਰਸ ਨੇ, ਐਕਸ ਮਿਨਿਸਟਰ ਨੇ, ਪੋਲੀਟੀਸ਼ੀਅਨ ਨੇ, ਜਿਨ੍ਹਾਂ ਨੂੰ ਜਦੋਂ ਲੱਗਦਾ ਕਿ ਕੋਈ ਵੀ ਡਿਪਾਰਟਮੈਂਟ ਉਹਨਾਂ ਦੀ ਅਰੈਸਟ ਕਰ ਸਕਦਾ ਤਾਂ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਪਾਉਂਦੇ ਨੇ ਐਂਟੀਸਪੇਟਰੀ ਬੇਲ ਦੀ। ਸੋ ਇਹ
सिर्फ दो जगह ते पाई जा सकती है, या हाई कोर्ट विच या फिर सैशन कोर्ट। सो ऑप्शन डी बोथ बी एंड सी। कंसीडर द फॉलोइंग स्टेटमेंट। राइट टू रेपुटेशन एक इंटेग्रल पार्ट है, अहम हिस्सा है आर्टिकल 21 का संविधान दे। सो बिल्कुल सही है। स्टेटमेंट दूजी कह रही है कि डेफेमेशन है जिहड़ी किसी दी बदनामी करनी लिखती रूप च बोल के, ये सिर्फ सिविल ऑफेंस है। किसी दी रेपुटेशन नूं नुकसान पहुंचाना ओनू आपां कहने हैं डेफेमेशन। सो ये गलत है क्योंकि डेफेमेशन एक क्रिमिनल अपराध भी है। धारा 499 ते 500 आईपीसी दी डेफेमेशन दी गल करदी है। ਇਹਦੇ ਚ डिफाइन की गई है, ਇਹਦੇ ਵਿੱਚ सजा है। सो ओनली वन। विशाखा गाइडलाइंस ਜਿਹੜੀ सुप्रीम कोर्ट ਦੀਆਂ किस चीज ਨਾਲ रिलेटेड ने? So these are related to sexual harassment at workplace. With reference to right of person with disabilities act 2016 केड़ी स्टेटमेंट सही है? So उरे दोनों स्टेटमेंट गलत ने। राइट आंसर है ऑप्शन डी, neither one nor two. Consider the following statement regarding Arbitration Council of India. आर्टिकल 51 ਜਿਹੜਾ ਸੰਵਿਧਾਨ ਦਾ ਉਹ ਗੱਲ ਕਰਦਾ ਆਰਬਿਟ੍ਰੇਸ਼ਨ ਮੀਡੀਏਸ਼ਨ ਦੀ। ਸੋ ਬਿਲਕੁਲ ਸਹੀ ਹੈ। ਰਾਈਟ ਆਂਸਰ ਹੈ A, one only. Which of the following is not a gender based violence? So ਇਹਨਾਂ ਦੇ ਵਿੱਚੋਂ culpable homicide ਕੋਈ gender ਨੂੰ ਦੇਖ ਕੇ violence ਨਹੀਂ ਕੀਤੀ ਜਾਂਦੀ। culpable homicide ਦਾ ਮਤਲਬ ਹੈ ਸਿੰਪਲੀ ਕਿਸੇ ਨੂੰ ਮਾਰਨਾ। ਸੋ ਔਰਤ ਵੀ ਹੋ ਸਕਦੀ ਹੈ ਜਾਂ ਫਿਰ ਮੇਲ ਵੀ ਹੋ ਸਕਦਾ ਹੈ। ਨੈਕਸਟ ਹੈ ਸੈਕਸ਼ੂਅਲ ਹਰਾਸਮੈਂਟ ਕੀ ਹੈ? ਸੈਕਸ਼ੂਅਲ ਹਰਾਸਮੈਂਟ ਐਕਟ 2013 ਦੇ ਅਨੁਸਾਰ। ਸੋ ਆਨਸਰ ਹੈ ਆਪਸ਼ਨ ਏ, ਅਨਵੈਲਕਮ ਫਿਜ਼ੀਕਲ ਕੰਟੈਕਟ ਜਾਂ ਐਡਵਾਂਸਿਸ ਜਾਂ ਅਨਵੈਲਕਮ ਸੈਕਸ਼ੂਅਲੀ ਕਲਰਡ ਰਿਮਾਰਕ ਪਾਸ ਕਰਨੀ। लास्ट क्वेश्चन है आज का अपना इस इंपॉर्टेंट सीरीज का। व्हेन प्रोसिक्यूशन फॉर एन ऑफेंस अंडर सेक्शन 4 ऑफ कमीशन ऑफ सती प्रिवेंशन एक्ट 1987 टेक्स प्लेस, burden of proof of not having committed the offense lies on whom? So burden of proof जो पर्सन दे उत्ते उस अपराध का इल्जाम होगा, जो अक्यूज्ड होगा ओदे उत्ते लगूगा। सो ऑप्शन बी इज द राइट आंसर। So that's all for today. Thank you and good luck.